ਬੇਅਦਬੀਆਂ ਹੋ ਰਹੀਆਂ ਨੇ, ਇਹਨਾਂ ਦੇ ਪਿੱਛੇ ਕੌਣ ਹੈ, ਕਿੱਥੋਂ ਸ਼ੁਰੂਆਤ ਹੋਈ ਹੈ, ਕਿਉਂਕਿ ਕਾਫੀ ਸਮਾਂ ਹੋ ਗਿਆ। ਇਸ ਦੇ ਉੱਤੇ ਸਟੇਟ ਦਾ ਕੀ ਹੱਕ ਬਣਦਾ ਹੈ ਕਿ ਕਿਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾਣ, ਪੰਜਾਬ ਪੁਲਿਸ ਦਾ ਕੀ ਹੱਕ ਬਣਦਾ ਹੈ ਕਿ ਕਿਸ ਤਰੀਕੇ ਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ। ਸਾਡੀਆਂ ਪੰਜਾਬ ਦੀਆਂ ਖੁਫੀਆ ਏਜੰਸੀਆਂ, ਪੰਜਾਬ ਦੀ ਪੁਲਿਸ ਹੈ, ਪੰਜਾਬ ਦੀ ਗੌਰਮੈਂਟ ਹੈ ਭਗਵੰਤ ਸਿੰਘ ਮਾਨ ਦੀ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਉਹਨਾਂ ਦੇ ਸਮੇਂ ਜਾਂ ਉਸ ਤੋਂ ਪਹਿਲੇ ਜੋ ਘਟਨਾਵਾਂ ਵਾਪਰੀਆਂ ਹਨ ਬੇਅਦਬੀ ਦੀਆਂ, ਉਹਨਾਂ ਦੀ ਡੂੰਘਾਈ ਵਿੱਚ ਛਾਣਬੀਣ ਕਰਕੇ, ਇਨਵੈਸਟੀਗੇਸ਼ਨ ਕਰਕੇ ਦੱਸਿਆ ਜਾਏ ਵੀ ਇਹ ਕਿਹੜੀਆਂ ਸ਼ਕਤੀਆਂ ਬਾਹਰ ਸਊਦੀ ਅਰਬ ਦੇ ਵਿੱਚ, ਦੁਬਈ, ਇਸ ਤਰੀਕੇ ਦੀ ਕੰਟਰੀਆਂ ਦੇ ਵਿੱਚ ਕਿ ਉੱਥੋਂ ਦਾ ਕਾਨੂੰਨ ਜਿਹੜਾ ਸਜ਼ਾ ਦਿੰਦਾ, ਕੋਈ ਆਮ ਬੰਦਾ ਨਹੀਂ ਸਜ਼ਾ ਦਿੰਦਾ ਉਹਨੂੰ ਚੁਰਾਹੇ ਦੇ ਵਿੱਚ ਖੜਾ ਕੇ। ਇੱਥੇ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਅਜਿਹਾ ਕਾਨੂੰਨ ਜਿਹੜਾ ਅਸੈਂਬਲੀ ਦੇ ਵਿੱਚ ਪਾਸ ਕੀਤਾ ਜਾਵੇ, ਜਿਹੜਾ ਵੀ ਕੋਈ ਕਿਸੇ ਵੀ ਧਰਮ ਦੀ, ਭਾਵੇਂ ਕੁਰਾਨ ਦੀ, ਭਾਵੇਂ ਕਿਸੇ ਗ੍ਰੰਥ ਦੀ ਬੇਅਦਬੀ ਕਰਦਾ ਤਾਂ ਉਹਨੂੰ ਸਰਕਾਰ ਸਜ਼ਾ ਦੇਵੇ। ਇਹ ਇੰਨੀ ਜ਼ਰੂਰਤ ਕਿੱਥੋਂ ਆ ਗਈ ਹੈ ਲੋਕਾਂ 'ਚ ਕਿ ਲੋਕ ਆ ਕੇ ਸਿਰਫ ਗੁਰਦੁਆਰੇ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਭੰਗ ਕਰਦੇ ਨੇ, ਉਹਦੇ ਨਾਲ ਛੇੜਛਾੜ ਕਰਦੇ। ਉਹ ਮਸਜਿਦ 'ਚ ਨਹੀਂ ਜਾਂਦੇ, ਉਹ ਮੰਦਿਰ 'ਚ ਨਹੀਂ ਜਾਂਦੇ, ਉਹ ਕਿਸੇ ਹੋਰ ਸੰਸਥਾ ਦੀ ਉਹਦੇ ਵਿੱਚ ਨਹੀਂ ਜਾਂਦੇ, ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਜੀ ਇਹ ਪਾਗਲ ਹੈ। ਜੇ ਪਾਗਲ ਹੈ ਤੇ ਪੰਜਾਬ ਦੀ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਕੀਤੀ? ਉਹ ਕੁੜੀ ਜੀ ਅਲਕੋਹਲਿਕ ਹੈ, ਮੈਂ ਮੰਨਦਾ ਅਲਕੋਹਲਿਕ ਹੈ, ਸ਼ਰਾਬੀ ਸੀਗੀ, ਉਹਦੇ ਕੋਲ ਸ਼ਰਾਬ ਵੀ ਸੀਗੀ। ਉਹਦਾ ਅਲਕੋਹਲਿਕ ਦਾ ਜਿਹੜਾ ਹੁੰਦਾ ਉਹ ਮਾਨਸਿਕ ਰੋਗੀ ਹੋਈ ਹੁੰਦਾ ਹੈ ਜੀ, ਮੈਂ ਉਹਨੂੰ ਪਾਗਲ ਨਹੀਂ ਕਹਿੰਦਾ। ਪਰ ਅਸੀਂ ਉਸ ਨੂੰ ਵੀ ਇੱਕ ਸਿੰਘ ਨੇ ਸੌਦਾ ਲਾਤਾ। ਹੁਣ ਤੁਸੀਂ ਸਭ ਨੂੰ ਸੌਦੇ ਲਾਈ ਜਾਓਗੇ ਤੇ ਪੁਲਿਸ ਲਈ ਕੰਮ ਤੁਸੀਂ ਸੌਖਾ ਕਰ ਦਿੰਦੇ। ਮਤਲਬ ਇਨਵੈਸਟੀਗੇਸ਼ਨ ਨਹੀਂ ਹੋਏਗੀ ਤਾਂ ਉਹ ਕਾਫੀ ਬੰਦ ਹੋ ਜਾਏਗੀ। ਕਾਫੀ ਬੰਦ ਹੋਗੀ ਪੁਲਿਸ, ਇਸ ਲਈ ਪੁਲਿਸ ਤੇ ਬਹੁਤ ਖੁਸ਼ ਹੋਏਗੀ ਕਿਉਂਕਿ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਲਗਾਤਾਰ ਹੋ ਰਹੇ ਨਾ। ਪਹਿਲੇ ਨਹੀਂ ਹੋਏ, ਅੱਜ ਤੋਂ 10 ਸਾਲ ਪਹਿਲੇ ਨਹੀਂ ਹੋਏ, ਇਹ 2015 ਤੋਂ ਬਾਅਦ ਸ਼ੁਰੂ ਹੋਈ ਹੈ ਜੁਰਤ ਜਿਹੜੀ ਲੋਕਾਂ 'ਚ ਆਈ ਹੈ। ਤੋ ਫਿਰ ਇਹਦੇ ਵਿੱਚ ਤੇ ਕੋਈ ਇਹਨੂੰ ਲੱਭ ਨਹੀਂ ਸਕਦਾ। ਸਾਡਾ ਜਿਹੜੀ ਮੰਗ ਹੋਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਸਿੱਖ ਸਮੁਦਾਇ ਦੀ, ਉਹ ਸਰਕਾਰ ਤੋਂ ਹੋਣੀ ਚਾਹੀਦੀ ਹੈ, ਭਗਵੰਤ ਮਾਨ ਦੀ। ਉਹ ਦੱਸੇ ਵੀ ਉਹਨਾਂ ਦੇ ਰਾਜ ਵਿੱਚ ਹੋ ਰਹੀਆਂ ਤੇ ਕੌਣ ਕਰਾ ਰਿਹਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੰਮ੍ਰਿਤ ਪ੍ਰਸਾਦ ਦੇ YouTube ਚੈਨਲ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਹਾਜ਼ਰ ਹਾਂ ਤੁਰਦੇ ਫਿਰਦੇ ਕਿਸੇ ਲੈ ਕੇ। ਅੱਜ ਚਰਚਾ ਕਰਾਂਗੇ ਜੋ ਪੰਜਾਬ ਦੇ ਵਿੱਚ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ, ਇਹਨਾਂ ਦੇ ਪਿੱਛੇ ਕੌਣ ਹੈ, ਕਿੱਥੋਂ ਸ਼ੁਰੂਆਤ ਹੋਈ ਹੈ, ਕਿਉਂਕਿ ਕਾਫੀ ਸਮਾਂ ਹੋ ਗਿਆ। ਇਸ ਦੇ ਉੱਤੇ ਸਟੇਟ ਦਾ ਕੀ ਹੱਕ ਬਣਦਾ ਹੈ ਕਿ ਕਿਸ ਤਰੀਕੇ ਦੀਆਂ ਕਾਰਵਾਈਆਂ ਕੀਤੀਆਂ ਜਾਣ, ਪੰਜਾਬ ਪੁਲਿਸ ਦਾ ਕੀ ਹੱਕ ਬਣਦਾ ਹੈ ਕਿ ਕਿਸ ਤਰੀਕੇ ਦੀ ਜਿਹੜੀ ਹੈ ਕਾਰਵਾਈ ਕੀਤੀ ਜਾਵੇ। ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਇਹਨਾਂ ਦੇ ਵਿੱਚ ਅਸਲ ਸੱਚ ਕੀ ਹੈ। ਸਾਡੇ ਨਾਲ ਜੁੜੇ ਰਹਿਣਗੇ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਸਿੰਘ, ਇਹਨਾਂ ਦਾ YouTube ਚੈਨਲ ਹੈ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਖਾਸ ਤੌਰ ਤੇ ਕਿ ਇਹਨਾਂ ਦਾ ਹੱਲ ਕੀ ਹੈ, ਕੀ ਸੌਦਾ ਹੱਲ ਹੈ ਜਾਂ ਕੋਈ ਹੋਰ ਹੱਲ ਹੈ। ਗੱਲਬਾਤ ਕਰਦੇ ਹਾਂ। ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਅੰਮ੍ਰਿਤ ਪ੍ਰਸਾਦ ਤੇ। ਸਤਿ ਸ੍ਰੀ ਅਕਾਲ ਜੀ, ਅੰਮ੍ਰਿਤ ਪ੍ਰਸਾਦ ਦੇ ਦਰਸ਼ਕਾਂ ਨੂੰ ਜੀ ਆਇਆਂ। ਸਰ ਸ਼ੁਰੂਆਤ ਜਿਵੇਂ ਆਪਾਂ ਪੰਜਾਬ ਤੋਂ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੀਆਂ ਬੇਅਦਬੀ ਨਾਲ ਜੁੜੀਆਂ ਹੋਈਆਂ ਘਟਨਾਵਾਂ ਹੋ ਰਹੀਆਂ ਨੇ, ਬੇਅਦਬੀ ਕੀਤੀ ਜਾ ਰਹੀ ਹੈ ਗੁਰੂ ਘਰਾਂ ਦੇ ਵਿੱਚ, ਇਹ ਕਾਰਨ ਕੀ ਹੈ? ਬੇਅਦਬੀਆਂ ਹੋ ਕਿਉਂ ਰਹੀਆਂ ਨੇ? ਦੇਖੋ, ਇਹਦਾ ਕਾਰਨ ਕੋਈ ਆਮ ਸਿੱਖ ਨਹੀਂ ਲੱਭ ਸਕਦਾ, ਨਾ ਹੀ ਸਿੱਖਾਂ ਦੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸਾਡੀ ਸਿੱਖਾਂ ਦੀ ਸਰਵਉੱਚਤਮ ਸੰਸਥਾ ਜੀ ਤਖਤ ਸ੍ਰੀ ਅਕਾਲ ਸਾਹਿਬ ਲੱਭ ਸਕਦੀ ਹੈ, ਨਾ ਹੀ ਕੋਈ ਪੋਲੀਟੀਕਲ ਪਾਰਟੀ ਲੱਭ ਸਕਦੀ ਜੀ। ਇਹਨਾਂ ਘਟਨਾਵਾਂ ਪਿੱਛੇ ਕਿਹੜੀ ਵੱਡੀ ਸ਼ਕਤੀ ਹੈ, ਇਸ ਦਾ ਨਿਰਤਾਰਾ ਕਰਨ ਲਈ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਖੁਫੀਆ ਏਜੰਸੀਆਂ, ਪੰਜਾਬ ਦੀ ਪੁਲਿਸ ਹੈ, ਪੰਜਾਬ ਦੀ ਗੌਰਮੈਂਟ ਹੈ ਭਗਵੰਤ ਸਿੰਘ ਮਾਨ ਦੀ, ਇਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਉਹਨਾਂ ਦੇ ਸਮੇਂ ਜਾਂ ਉਸ ਤੋਂ ਪਹਿਲੇ ਜੋ ਘਟਨਾਵਾਂ ਵਾਪਰੀਆਂ ਹਨ ਬੇਅਦਬੀ ਦੀਆਂ, ਉਹਨਾਂ ਦੀ ਡੂੰਘਾਈ ਵਿੱਚ ਛਾਣਬੀਣ ਕਰਕੇ, ਇਨਵੈਸਟੀਗੇਸ਼ਨ ਕਰਕੇ ਦੱਸਿਆ ਜਾਏ ਵੀ ਇਹ ਕਿਹੜੀਆਂ ਸ਼ਕਤੀਆਂ ਕਿ ਬਾਰ-ਬਾਰ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਲਵਾੜ ਕੀਤਾ ਜਾਂਦਾ। ਜਿਵੇਂ ਕਿ ਸਾਡੇ ਕੋਲ ਸਾਹਮਣੇ ਲਿਸਟ ਪਈ ਹੈ, ਇਹ ਇਸ ਸਮੇਂ ਜੋ ਹੋਈਆਂ ਉਹਨਾਂ ਦੀ ਗਿਣਤੀ 8 ਹੋ ਚੁੱਕੀ ਹੈ। ਜੀ
ਉੱਪਰ ਥੱਲੇ ਹੀ ਹੋ ਗਈਆਂ। ਮਤਲਬ ਇੱਕ ਦਿਨ ਇੱਥੇ ਹੁੰਦੀ ਹੈ, 2-2 3 ਦਿਨ ਦੀ ਵਿੱਚ ਇਹ ਇੰਨੀ ਜ਼ਰੂਰਤ ਕਿੱਥੋਂ ਆ ਗਈ ਹੈ ਲੋਕਾਂ 'ਚ ਕਿ ਲੋਕ ਆ ਕੇ ਸਿਰਫ ਗੁਰਦੁਆਰੇ ਦੀ ਜਿਹੜੀ ਮਰਿਆਦਾ ਹੈ ਉਸ ਨੂੰ ਭੰਗ ਕਰਦੇ ਨੇ, ਉਹਦੇ ਨਾਲ ਛੇੜਛਾੜ ਕਰਦੇ। ਉਹ ਮਸਜਿਦ 'ਚ ਨਹੀਂ ਜਾਂਦੇ, ਉਹ ਮੰਦਿਰ 'ਚ ਨਹੀਂ ਜਾਂਦੇ, ਉਹ ਕਿਸੇ ਹੋਰ ਸੰਸਥਾ ਦੀ ਉਹਦੇ ਵਿੱਚ ਨਹੀਂ ਜਾਂਦੇ। ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਜੀ ਇਹ ਪਾਗਲ ਹੈ। ਜੇ ਪਾਗਲ ਹੈ ਤੇ ਪੰਜਾਬ ਦੀ ਪੁਲਿਸ ਨੇ ਕੋਈ ਇਨਵੈਸਟੀਗੇਸ਼ਨ ਕੀਤੀ ਹੈ ਜੀ? ਇਹ ਜਿਹੜੀਆਂ ਗੱਲਾਂ ਇਹਨਾਂ ਦੀ ਛਾਣਬੀਣ ਸਿਰਫ ਪੰਜਾਬ ਪੁਲਿਸ ਤੇ ਪੰਜਾਬ ਦੀਆਂ ਏਜੰਸੀਆਂ ਕਰ ਰਹੀਆਂ, ਜਿਹੜੀਆਂ ਆਪਣੇ ਇਸ ਜ਼ਿੰਮੇਵਾਰੀ ਦੀ ਕੁੱਤਾਈ ਕਰ ਰਹੀਆਂ। ਮੈਂ ਇਹ ਕਹਾਂਗਾ ਉਹਦਾ ਕਾਰਨ ਹੈ 2015 ਵਿੱਚ ਬੁਰਜ ਜਵਾਰ ਸਿੰਘ ਵਾਲਾ ਜੋ ਪਿੰਡ ਹੈ ਫਰੀਦਕੋਟ, ਉੱਥੋਂ ਜਿਹੜੇ ਗੁਰੂ ਸਾਹਿਬ ਦੇ ਸਰੂਪਾਂ ਦੀ ਚੋਰੀ ਹੋਈ ਹੈ। ਉਹ ਬੇਅਦਬੀ ਹੁੰਦੀ ਹੈ, ਭਾਵੇਂ ਕਿਸੇ ਨੂੰ ਪਤਾ ਹੀ ਨਹੀਂ ਉਸਨੇ ਕਿੰਨੀ ਸ਼ਰਧਾ ਨਾਲ ਉਹਨਾਂ ਨੂੰ ਚੋਰ ਦੀ ਕੋਈ ਭਾਵਨਾ ਜਿਹੜੀ ਹੈ ਧਾਰਮਿਕ ਨਹੀਂ ਹੁੰਦੀ। ਤਾਂ ਉਹ ਸਰੂਪਾਂ ਦੀ ਜਿਹੜੀ ਚੋਰੀ ਹੈ ਉਹ ਵੀ ਬੇਅਦਬੀ ਹੈ, ਬਹੁਤ ਵੱਡੀ ਬੇਅਦਬੀ ਹੈ। ਉਸ ਤੋਂ ਬਾਅਦ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਟੇ ਮਿਲਦੇ ਨੇ। ਗੱਲ ਚਲਦੀ ਆਈ ਉਸ ਵੇਲੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਰਾਜ ਸੀ ਬਾਦਲ ਦਾ, ਉਹਨਾਂ ਨੇ ਵੀ ਕੋਈ ਇਸ ਦੀ ਡੂੰਘਾਈ 'ਚ ਜਾ ਕੇ ਕੁਝ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਕਿਉਂਕਿ ਉੱਪਰੋਂ ਥੱਲੇ ਹੋ ਗਏ, ਸਭ ਤੋਂ ਪਹਿਲੇ ਦਰਬਾਰ ਸਾਹਿਬ 'ਚ ਇੱਕ ਬੰਦਾ ਐਂਟਰ ਕਰਦਾ, ਉਹ ਜੰਗਲਾ ਟੱਪ ਜਾਂਦਾ, ਉਹਦੇ 'ਚ ਇੰਨੀ ਜ਼ਰੂਰਤ ਹੈ। ਜੰਗਲਾ ਟੱਪ ਕੇ ਉਹ ਵੱਧ ਰਿਹਾ ਹੈ ਮਹਾਰਾਜ ਦੇ ਸਰੂਪ ਵੱਲ ਵੱਧ ਰਿਹਾ, ਜਾਂ ਉੱਥੇ ਜਿਹੜੇ ਸ਼ਸਤਰ ਪਏ ਨੇ ਤੇ ਉਹਨੂੰ ਸੁਚੇਤ ਜਿਹੜੇ ਉੱਥੇ ਬੈਠੇ ਹੋਏ ਨੇ ਸੇਵਾਦਾਰ, ਉਹਨਾਂ ਨੇ ਫੜ ਕੇ ਉਹਨੂੰ ਬਾਹਰ ਲਿਆਂਦਾ। ਬਾਹਰ ਉਹਨੂੰ ਇੰਨਾ ਮਾਰਿਆ ਲੋਕਾਂ ਨੇ, ਜਾਂ ਆਪਾਂ ਸੰਗਤਾਂ ਨੇ ਕਹਿ ਦਈਏ, ਜਾਂ ਉਹਦੇ ਵਿੱਚ ਕੁਝ ਹੋਰ ਸ਼ਕਤੀਆਂ ਵੀ ਸੀ ਜਿਨ੍ਹਾਂ ਨੇ ਉਹਨੂੰ ਭੇਜਿਆ ਸੀ, ਉਹ ਇਹਦੇ ਵਿੱਚ ਵੀ ਰਲੀਆਂ ਹੋਈਆਂ ਸੀ, ਤੇ ਉਹਨਾਂ ਨੇ ਉਹਨੂੰ ਮਾਰ ਕੇ ਤੇ ਇਸ ਦਾ ਭੋਗ ਹੀ ਪਾ ਦਿੱਤਾ ਕਿ ਇਹ ਗੱਲ ਉਹ ਦੱਸ ਸਕਦਾ ਸੀ ਉਹਨੂੰ ਕਿਹਨੇ ਭੇਜਿਆ, ਤੇ ਉਹ ਸਾਰੀ ਇਨਕੁਆਇਰੀ ਕਿਸੇ ਸਿਰੇ ਲੱਗ ਸਕਦੀ ਸੀ, ਪਰ ਉਹਨੂੰ ਮਾਰ ਦਿੱਤਾ ਗਿਆ। ਪੁਲਿਸ ਨੇ ਕੇਸ ਵੀ ਨਹੀਂ ਰਜਿਸਟਰ ਕੀਤਾ, ਤਾਂ ਗੱਲ ਜਿਹੜੀ ਇਹ ਨਿਪਟ ਗਈ। ਇਹ ਜਿੰਨੀਆਂ ਵੀ ਘਟਨਾਵਾਂ ਵਾਪਰ ਰਹੀਆਂ, ਇਹ ਹੁਣ ਇਹ ਕਹਿਣ ਵਿੱਚ ਸਾਨੂੰ ਕੋਈ ਦਰਗੇਜ਼ ਨਹੀਂ ਕਰਨਾ ਚਾਹੀਦਾ ਕਿ ਇਹਦੇ ਪਿੱਛੇ ਬੜੀ ਵੱਡੀ ਸਾਜ਼ਿਸ਼ ਹੈ। ਇਹ ਸਾਜ਼ਿਸ਼ ਇਸ ਲਈ ਹੈ ਕਿ ਤੁਸੀਂ ਦੇਖੋ ਦਰਬਾਰ ਸਾਹਿਬ ਤੋਂ ਬਾਅਦ ਫਿਰ ਘਟਨਾ ਵਾਪਰਦੀ ਹੈ ਮੁਰੰਡੇ ਗੁਰਦੁਆਰਾ ਕੋਇਲਵਾਲ। ਅੱਛਾ, ਉਹ ਮੁਰੰਡੇ ਵਿੱਚ ਤੁਸੀਂ ਵੀਡੀਓ ਦੇਖਿਆ ਨੂੰ, ਬੰਦਾ ਸਿੱਧਾ ਅੰਦਰ ਆਉਂਦਾ, ਆ ਕੇ ਉਹ ਜਿਹੜੀ ਇਹ ਗੁਰੂ ਮਹਾਰਾਜ ਦਾ ਸਰੂਪ ਹੀ ਫਾੜ ਦਿੰਦਾ, ਹਾਂਜੀ। ਔਰ ਉਹਨਾਂ ਦੇ ਜਿਹੜੀ ਹਜ਼ੂਰ 'ਚ ਬੈਠੇ ਹੁੰਦੇ ਉਹਨਾਂ ਦੀਆਂ ਪਗੜੀਆਂ ਉਤਾਰ ਦਿੰਦਾ। ਇਹ ਸਾਰਾ ਕੁਝ ਹੋਇਆ। ਉਸ ਤੋਂ ਬਾਅਦ ਹੋ ਗਈ ਹੁਣ ਦੂਜੀ ਘਟਨਾ ਵਾਪਰੀ ਹੈ ਦੁੱਖ ਨਿਵਾਰਨ ਸਾਹਿਬ ਪਟਿਆਲਾ 'ਚ। ਉਹ ਕੁੜੀ ਜੀ ਅਲਕੋਹਲਿਕ ਹੈ, ਮੈਂ ਮੰਨਦਾ ਅਲਕੋਹਲਿਕ ਹੈ, ਸ਼ਰਾਬੀ ਸੀਗੀ, ਉਹਦੇ ਕੋਲ ਸ਼ਰਾਬ ਵੀ ਸੀਗੀ। ਉਹਦਾ ਅਲਕੋਹਲਿਕ ਦਾ ਜਿਹੜਾ ਹੁੰਦਾ ਉਹ ਮਾਨਸਿਕ ਰੋਗੀ ਹੋਈ ਹੁੰਦਾ, ਹਾਂਜੀ। ਮੈਂ ਉਹਨੂੰ ਪਾਗਲ ਨਹੀਂ ਕਹਿੰਦਾ, ਪਰ ਅਸੀਂ ਉਸ ਨੂੰ ਵੀ ਇੱਕ ਸਿੰਘ ਨੇ ਸੌਦਾ ਲਾਤਾ। ਹੁਣ ਤੁਸੀਂ ਸਭ ਨੂੰ ਸੌਦੇ ਲਾਈ ਜਾਓਗੇ ਤੇ ਪੁਲਿਸ ਲਈ ਕੰਮ ਤੁਸੀਂ ਸੌਖਾ ਕਰ ਦਿੰਦੇ ਹੋ। ਜਦੋਂ ਤੁਸੀਂ ਅਕਿਊਜ਼ਡ ਨੂੰ ਮਾਰੀ ਜਾ ਰਹੇ ਹੋ ਤੇ ਪੁਲਿਸ ਨੂੰ ਤੇ ਬੜਾ ਆਰਾਮ ਹੋ ਗਿਆ ਜੀ, ਉਹ ਮਰ ਗਿਆ, ਇਨਵੈਸਟੀਗੇਸ਼ਨ ਨਹੀਂ ਹੋਏਗੀ ਤਾਂ ਕਾਫੀ ਬੰਦ ਹੋ ਜਾਏਗੀ, ਕਾਫੀ ਬੰਦ ਹੋ ਗਈ ਪੁਲਿਸ। ਇਸ ਲਈ ਪੁਲਿਸ ਤੇ ਬਹੁਤ ਖੁਸ਼ ਹੋਏਗੀ ਕਿ ਜਿੱਦੇ ਇਲਾਕੇ 'ਚ ਬੇਅਦਬੀ ਹੋਈ ਔਰ ਸੰਗਤਾਂ ਨੇ ਮਾਰ ਦਿੱਤਾ, ਜਾਂ ਕਿਸੇ ਸਿੰਘ ਨੇ ਜੋਸ਼ ਵਿੱਚ ਆ ਕੇ ਸੌਦਾ ਲਾਤਾ, ਤੇ ਪੁਲਿਸ ਨੇ ਤੇ ਉਹਦੀ ਕਾਪੀ ਬੰਦ ਕਰਤੀ ਵੀ ਹੁਣ ਉਹ ਬੰਦਾ ਹੀ ਕੋਈ ਨਹੀਂ ਪਤਾ, ਤੇ ਇਹਦੀ ਇਨਵੈਸਟੀਗੇਸ਼ਨ ਕੀ ਕਰੀ, ਉਹ ਕੋਈ ਸਟੇਟਮੈਂਟ ਦੇਗਾ। ਸੋ ਇਸ ਪ੍ਰਕਾਰ ਫਿਰ ਇਹ ਦੁੱਖ ਨਿਵਾਰਨ ਸਾਹਿਬ ਤੋਂ ਬਾਅਦ ਰਾਜਪੁਰਾ ਸਾਹਿਬ 'ਚ ਹੋ ਗਈ, ਜੁੱਤੀਆਂ ਸਮੇਤ ਬੰਦਾ ਰਾਜਪੁਰਾ ਵਿੱਚ ਹੋ ਗਈ, ਤੇ ਰਾਜਪੁਰੇ ਉਹ ਗੁਰਦੁਆਰੇ ਜੁੱਤੀਆਂ ਸਮੇਤ ਨੰਗੇ ਸਿਰ ਵੜ ਗਿਆ, ਉਹਨੂੰ ਫੜ ਲਿਆ ਗਿਆ। ਔਰ ਉਹਦੀ ਮਾਂ ਕਹਿੰਦੀ ਹੈ ਵੀ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਤੇ ਮੈਂ ਮਰ ਜਾਵਾਂਗੀ, ਵੀ ਉਹ ਪਾਗਲ ਹੈ। ਹੁਣ ਜੇ ਉਹ ਪਾਗਲ ਹੈ ਤਾਂ ਜੇਕਰ ਮੁਰੰਡੇ ਵਾਲੇ ਜਿਹੜਾ ਸਿੱਖ ਸੀਗਾ ਮੁੰਡਾ ਉਹ ਵੀ ਪਾਗਲ ਹੈ, ਤੇ ਇਹਨਾਂ ਦੀਆਂ ਪਾਗਲ ਦੀ ਇਲਾਜ ਦੀਆਂ ਹਿਸਟਰੀਆਂ ਹੋਣਗੀਆਂ, ਕਿਤੋਂ ਡਾਕਟਰ ਤੋਂ ਕਰਾਇਆ, ਪਾਗਲ ਦੇ ਹਸਪੀਟਲ ਲੈ ਗਏ, ਸਾਈਕੈਟਰੀ 'ਚ ਲੈ ਗਏ, ਚਾਹੇ ਉਹ ਬੰਦਾ ਨੂੰ ਮਰ ਗਿਆ, ਉਹਦੇ ਛਾਤੀ 'ਚ ਦਰਦ ਹੋਇਆ ਮੁਰੰਡੇ ਵਾਲਾ, ਜਾਂ ਇਹ ਬੀਬੀ ਨੂੰ
ਸੌਦਾ ਲਾਤਾ ਕਿਸੇ ਨੇ। ਪਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਉਸ ਤੋਂ ਬਾਅਦ ਵੀ ਹੋਣੀ ਚਾਹੀਦੀ ਹੈ ਵੀ ਬੀਬੀ ਕਿੱਥੇ ਰਹਿੰਦੀ ਸੀ, ਉਹਦੇ ਨਾਲ ਕਿਹੜੇ ਲੋਕ ਸੀ। ਆਫਟਰ ਆਲ ਤੁਹਾਡੇ ਕੋਲ ਇੰਨਾ ਕੁਝ ਹੈ। ਸੋ ਪੁਲਿਸ ਜਿਹੜੀ ਹੈ ਇਹਦੇ ਵਿੱਚ ਕੋਈ ਰੋਲ ਨਹੀਂ ਪਲੇ ਕਰ ਰਹੀ, ਸਾਡੀਆਂ ਏਜੰਸੀਆਂ ਕੋਈ ਰੋਲ ਨਹੀਂ ਪਲੇ ਕਰ ਰਹੀਆਂ। ਮੈਂ ਇਹ ਕਹਾਂਗਾ ਵੀ ਇਹ 8 ਕੇਸਾਂ ਵਿੱਚ ਜੇ ਪੁਲਿਸ ਤੇ ਪੰਜਾਬ ਦੀਆਂ ਖੁਫੀਆ ਏਜੰਸੀਆਂ ਇਹ ਨਹੀਂ ਦੱਸ ਸਕਦੀਆਂ ਵੀ ਇਹਨਾਂ ਪਿੱਛੇ ਸ਼ਕਤੀ ਕਿਹੜੀ ਹੈ, ਕਿਉਂਕਿ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ ਲਗਾਤਾਰ ਹੋ ਰਹੇ ਨਾ। ਪਹਿਲੇ ਨਹੀਂ ਹੋਏ, ਅੱਜ ਤੋਂ 10 ਸਾਲ ਪਹਿਲੇ ਨਹੀਂ ਹੋਏ, ਇਹ 2015 ਤੋਂ ਬਾਅਦ ਸ਼ੁਰੂ ਹੋਈ ਹੈ ਜੁਰਤ ਜਿਹੜੀ ਲੋਕਾਂ 'ਚ ਆਈ ਹੈ। ਤੋ ਫਿਰ ਇਹਦੇ ਵਿੱਚ ਤੇ ਕੋਈ ਇਹਨੂੰ ਲੱਭ ਨਹੀਂ ਸਕਦਾ। ਸਾਡਾ ਜਿਹੜੀ ਮੰਗ ਹੋਣੀ ਚਾਹੀਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਔਰ ਸਿੱਖ ਸਮੁਦਾਇ ਦੀ, ਉਹ ਸਰਕਾਰ ਤੋਂ ਹੋਣੀ ਚਾਹੀਦੀ ਹੈ, ਭਗਵੰਤ ਮਾਨ ਦੀ। ਉਹ ਦੱਸੇ ਵੀ ਉਹਨਾਂ ਦੇ ਰਾਜ ਵਿੱਚ ਇਹ ਹੋ ਰਹੀਆਂ ਤੇ ਕੌਣ ਕਰਾ ਰਿਹਾ। ਇਹ ਕੋਈ ਸਿੱਖ ਕੌਮ ਨੇ ਥੋੜੀ ਦੱਸਣਾ। ਦੂਸਰੀ ਗੱਲ ਇਹ ਹੈ ਵੀ ਜਿਹੜੇ ਇਹ ਸੌਦੇ ਲਾਣਾ ਇਹਦੇ ਬਾਰੇ ਬੜੀ ਜਿਹੜੀ ਹੈ ਇੱਕ ਚਰਚਾ ਹੈ। ਹਾਂ, ਇਹ ਵੀ ਮੈਂ ਸਵਾਲ ਹੀ ਕਰਨ ਲੱਗਿਆ ਸੀ। ਸੌਦਾ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ, ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਉਸ ਨੂੰ ਸੌਦਾ ਲਗਾ ਦਿੱਤਾ ਤਾਂ ਸੰਗਤ ਉੱਥੇ ਖੁਸ਼ ਵੀ ਹੋਈ। ਇਹ ਵੀ ਸਵਾਲ ਉੱਠੇ ਸੀ ਕਿ ਅਗਰ ਜੇ ਨਾ ਲਾਉਂਦੇ ਤਾਂ ਐਸਜੀਪੀਸੀ ਦੇ ਉੱਤੇ ਬੜੇ ਸਵਾਲ ਚੁੱਕੜੇ ਜਾਣੇ ਸੀ ਕਿ ਮੋਰਿੰਡਾ ਦੇ ਵਿੱਚ ਇਸੇ ਤਰੀਕੇ ਨਾਲ ਹੋਇਆ, ਫੜ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ, ਕੁੱਟਮਾਰ ਹੋਈ ਤਾਂ ਉਸ ਦੀ ਮੌਤ ਜਿਹੜੀ ਹੈ ਮਾਨਸਾ ਪੁਲਿਸ ਦੀ ਕਸਟਡੀ 'ਚ ਹੋ ਗਈ। ਤਾਂ ਹੁਣ ਰਾਜਪੁਰ ਦੁੱਖ ਨਿਵਾਰਨ ਸਾਹਿਬ ਇਹ ਇਸੇ ਤਰੀਕੇ ਨਾਲ ਹੋਇਆ, ਉਸ ਨੂੰ ਸੌਦਾ ਲਗਾ ਦਿੱਤਾ। ਇਹ ਸੌਦਾ ਸ਼ਬਦ ਠੀਕ ਹੈ ਜਾਂ ਕੀ ਹੈ? ਦੇਖੋ ਜਿਹੜਾ ਸੌਦਾ ਸ਼ਬਦ ਹੈ ਨਾ, ਇਹ ਤੇ ਇਹਦੀ 300 ਸਾਲ ਪੁਰਾਣੀ 400 ਸਾਲ ਪੁਰਾਣੀ ਹਿਸਟਰੀ ਹੈ। ਇਹ ਨਿਹੰਗਾਂ ਦੇ ਜਿਹੜੇ ਬੋਲ ਬਾਲੇ 'ਚ ਉਹਦੇ 'ਚ ਇਹਦਾ ਰੈਫਰੈਂਸ ਆਉਂਦਾ ਹੈ, ਸੌਦਾ ਲਾਣਾ। ਸੌਦਾ ਲਾਣਾ ਮੀਨ ਬਦਲਾ ਲਾਣਾ। ਇਹ ਜਿਹੜੀ ਸੌਦੇ ਦੀ ਭਾਵਨਾ ਹੈ, ਇਹਦੇ ਬਾਰੇ ਸਿੱਖ ਸਮੁਦਾਇ ਵਿੱਚ 2 ਵਿਚਾਰ ਚੱਲਦੇ। ਇੱਕ ਵਿਚਾਰ ਤੇ ਚੱਲਦਾ ਵੀ ਸੌਦਾ ਨਹੀਂ ਲਾਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜੀ ਸਿੱਖ ਕਮਿਊਨਿਟੀ ਹੈ ਉਹ ਬਦਨਾਮ ਹੁੰਦੀ ਹੈ, ਕਿਉਂਕਿ ਖਬਰਾਂ ਸਾਰੀ ਦੁਨੀਆ 'ਚ ਛਪਦੀਆਂ ਵੀ ਤੁਸੀਂ ਬੰਦੇ ਨੇ ਗਲਤੀ ਕੀਤੀ, ਗੋਲੀ ਮਾਰ ਕੇ ਤੁਸੀਂ ਬੰਦਾ ਮਾਰ ਦਿੱਤਾ। ਤੋ ਦੂਜੇ ਪਾਸੇ ਅਜਿਹੇ ਲੋਕ ਵੀ ਹਨ ਜੋ ਕਹਿੰਦੇ ਨੇ ਸੌਦਾ ਲਾਣਾ ਠੀਕ ਹੈ। ਇਹਦੇ ਤੇ ਸਿੱਖ ਕਮਿਊਨਿਟੀ ਮੈਂ ਕਹਿ ਸਕਦਾ ਕਿ ਵੰਡੀ ਹੋਈ ਹੈ। ਕੋਈ ਲੋਕ ਚਾਹੇ ਨਹੀਂ ਬੋਲਦੇ, ਪਰ ਪ੍ਰਾਈਵੇਟਲੀ ਜੋ ਗੱਲਾਂ ਕਰਦੇ ਲੋਕ ਕਹਿੰਦੇ ਵੀ ਸੌਦਾ ਇਸ ਤਰ੍ਹਾਂ ਨਹੀਂ ਲਾਣਾ ਚਾਹੀਦਾ ਤਾਂ ਜੇ ਇਨਵੈਸਟੀਗੇਸ਼ਨ। ਹੁਣ ਫਿਰ ਜਿਹੜੇ ਸੌਦਾ ਲਾਉਣ ਦੇ ਹੱਕ 'ਚ ਹੈ ਉਹ ਇਹ ਕਹਿੰਦੇ ਆ ਵੀ ਇਨਵੈਸਟੀਗੇਸ਼ਨ ਤਾਂ ਪੁਲਿਸ ਕੁਝ ਕਰਦੀ ਨਹੀਂ। 2015 ਵਾਲੇ ਕੇਸਾਂ ਦਾ ਪੁਲਿਸ ਨੇ ਕੀ ਕੀਤਾ? ਹੁਣ 2015 'ਚ ਤੇ ਤੁਹਾਡੀ ਹੋਈ ਸਰਕਾਰ ਸੀ, ਸ਼੍ਰੋਮਣੀ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ, ਉਹਨੇ ਇਨਵੈਸਟੀਗੇਸ਼ਨ ਰੁਕਵਾਤੀ। 8 ਸਾਲ ਬੀਤ ਚੁੱਕੇ ਨੇ, 8 ਸਾਲ ਕੁਝ ਮਸਲਾ ਨਹੀਂ ਲੱਭਿਆ। ਹੁਣ ਲੋਕੀ ਇਹ ਦਲੀਲ ਦੇ ਕੇ 2015 ਵਿੱਚ ਜੋ ਬੁਰਜ ਜਵਾਰ ਸਿੰਘ ਵਾਲਾ ਫਰੀਦਕੋਟ ਡਿਸਟ੍ਰਿਕਟ 'ਚ ਹੋਏ ਤੇ ਉਸ ਤੋਂ ਬਾਅਦ ਜੋ ਪੱਤਰੇ ਅੰਗ ਮਿਲੇ ਔਰ ਉਸ ਤੋਂ ਬਾਅਦ ਹੁਣ ਇਨਸਾਫ ਨਹੀਂ ਮਿਲਦਾ। ਲੋਕੀ ਕਹਿੰਦੇ ਦੇਖੋ ਜੀ ਉਹਦੇ 'ਚ ਹੋ ਗਿਆ ਤੇ ਤਾਂ ਕੀ ਹੋ ਗਿਆ, ਸਾਡੀ ਸਰਕਾਰ ਵੀ ਸੀ ਸਿੱਖਾਂ ਦੀ, ਇਹ ਸੀ ਉਹ। ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜੇ ਸੌਦਾ ਲਾਉਣ ਵਾਲੇ ਨੂੰ ਆਪਣੇ ਹੱਕ 'ਚ ਬਹੁਤ ਵੱਡੀ ਉਹ ਇਕੱਠੀ ਕਰਦੇ ਨੇ ਇਬਾਰਤ। ਮੈਂ ਪਰਸਨਲੀ ਸੌਦਾ ਲਾਉਣ ਦੇ ਹੱਕ 'ਚ ਨਹੀਂ ਹੈਗਾ ਕਿਉਂਕਿ ਉਹਦੇ ਨਾਲ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਿਤੇ ਅੱਪੜ ਹੀ ਨਹੀਂ ਸਕਦੀ। ਬੰਦਾ ਹੀ ਮਾਰਤਾ ਤੇ ਗੱਲ ਖਤਮ ਹੋ ਗਈ। ਪੁਲਿਸ ਦਾ ਕੰਮ ਤੁਸੀਂ ਸੌਖਾ ਕਰਤਾ ਕਿ ਪੁਲਿਸ ਨੂੰ ਕੋਈ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੀ ਨਹੀਂ। ਲੋਕਾਂ ਨੇ ਸੌਦਾ ਲਾਤਾ, ਬੰਦਾ ਮਰ ਗਿਆ। ਜਿਵੇਂ ਹੁਣ ਉਹ ਪਟਿਆਲੇ ਉਹ ਸਿੰਘ ਨੇ ਆਪਣੀ ਨਿੱਜੀ ਪਿਸਤੌਲ ਨਾਲ ਲਾਇਸੈਂਸੀ ਨਾਲ ਕੁੜੀ ਦਾ ਕਤਲ ਕਰਤਾ, ਜਿਹਨੂੰ ਕਿ ਉਹ ਕਹਿੰਦਾ ਮੈਂ ਸੌਦਾ ਲਾਤਾ। ਉਹ ਜਦੋਂ ਕਚਹਿਰੀ ਆਇਆ ਲੋਕਾਂ ਨੇ ਫੁੱਲ ਵਰਸਾਏ। ਉਹਦਾ ਜਿਹੜਾ ਉੱਥੇ ਕਲੇਮ ਕਰ ਰਿਹਾ ਸੀ ਵੀ ਮੈਂ ਉਹਦਾ ਚਾਚਾ, ਉਹਨੇ ਕਿਹਾ ਕਿ ਜੀ ਇਹ ਬੜਾ ਧਾਰਮਿਕ ਹੈਗਾ ਸਿੰਘ ਤੇ ਇਹਦਾ ਸੰਬੰਧ ਹੈਗਾ ਦਮਦਮੀ ਟਕਸਾਲ ਨਾਲ ਪਿੱਛੋਂ, ਤੇ ਉਹਨੇ ਤਾਰੀਫ ਵਿੱਚ ਪੁੱਲ ਬੰਨੇ ਵੀ ਬਹੁਤ ਜ਼ਿਆਦਾ ਧਾਰਮਿਕ ਹੈ। ਪਰ ਹੁਣ ਸਮੱਸਿਆ ਇਹ ਹੈ ਕਿ ਪੁਲਿਸ ਕਹਿੰਦੀ ਹੈ ਜੀ ਤੁਸੀਂ ਮਾਰ ਦਿੱਤੀ ਤੇ ਹੁਣ ਅਸੀਂ ਕੀ ਲੱਭੀਏ? ਉਹਦੇ ਤੇ ਕੇਸ ਚੱਲੇਗਾ। ਕੇਸ ਵਿੱਚ ਕੀ ਸਿੱਟੇ ਨਿਕਲਦੇ? ਸਿੱਖਾਂ ਦੀਆਂ ਸੰਸਥਾਵਾਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੰਘ ਕਹੇ ਜੀ ਅਸੀਂ ਦੇ ਮੁਕੱਦਮੇ ਲੜਾਂਗੇ, ਇਹਦਾ ਵਕੀਲ ਅਸੀਂ ਕਰਾਂਗੇ। ਇਹਦਾ ਮਤਲਬ ਇਹ ਹੁੰਦਾ ਹੈ ਵੀ ਸਾਡੀਆਂ ਜਿਹੜੀਆਂ ਸੰਸਥਾਵਾਂ ਉਹ ਵੀ ਸੌਦੇ ਦਾ ਸਮਰਥਨ ਕਰ ਰਹੀਆਂ। ਜਦੋਂ ਤੁਸੀਂ ਉਹਦੇ ਵਕੀਲ ਲਈ ਫੀਸ ਦਿਓਗੇ, ਵੱਡੇ ਵੱਡੇ ਵਕੀਲ ਕਰੋਗੇ, ਤੇ ਉਹਦਾ ਮਤਲਬ ਇਹ ਹੀ ਹੈ ਨਾ ਵੀ ਤੁਸੀਂ ਉਹਨੇ ਜਿਹੜਾ ਸੌਦਾ ਲਾਇਆ ਉਹਨੂੰ ਤੁਸੀਂ ਜਾਇਜ਼ ਕਰਾ ਦੇ ਰਹੇ ਹੋ।
ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਦੇ ਜਜ਼ਬਾਤੀ ਨਹੀਂ ਹੋਣਾ ਚਾਹੀਦਾ, ਉਹਨਾਂ ਨੂੰ ਦਲੀਲ ਨਾਲ ਵੀ ਚੱਲਣਾ ਚਾਹੀਦਾ, ਕਿਉਂਕਿ ਸਿੱਖ ਕਮਿਊਨਿਟੀ ਇਸ ਵੇਲੇ ਸਾਰੀ ਦੁਨੀਆ 'ਚ ਬੈਠੀ ਹੈ। ਕੋਈ ਮੁਲਕ ਨਹੀਂ ਹੈਗਾ ਜਿੱਥੇ ਨਹੀਂ। ਸਾਡੇ ਦੂਸਰੇ ਮੁਲਕਾਂ ਵਿੱਚ ਸਿੱਖ ਮਿਨਿਸਟਰ ਵੀ ਹੈ, MLA ਵੀ ਹੈ, ਮੇਅਰ ਵੀ ਹੈ, ਉੱਚੀਆਂ ਉੱਚੀਆਂ ਪਦਵੀਆਂ 'ਤੇ ਬੈਠੇ ਆ। ਹੁਣ ਵਰਲਡ ਬੈਂਕ ਦਾ ਵੀ ਮੁਖੀ ਜਿਹੜਾ ਉਹ ਸਿੱਖ ਲੱਗਾ। ਤੋ ਇਸ ਤਰ੍ਹਾਂ ਦੀਆਂ ਉੱਚੀਆਂ ਉੱਚੀਆਂ ਉਹਦੇ ਨਾਲ, ਕਿਉਂਕਿ ਜਦੋਂ ਖਬਰਾਂ ਲੱਗਦੀਆਂ ਨੇ ਉਹਦੇ 'ਚ ਸਿੰਘ ਲੱਗਦੇ ਨੇ ਪਗੜੀਆਂ ਵਾਲੇ ਨੇ, ਤੇ ਉਹਦੇ ਨਾਲ ਕਿਸੇ ਹੱਦ ਤੱਕ ਬਦਨਾਮੀ ਹੁੰਦੀ ਹੈ। ਲੋਕ ਇਹ ਸਮਝਦੇ ਨੇ ਵੀ ਜਿਵੇਂ ਤਾਲੀਬਾਨ ਜਾਂ ਇਸਲਾਮਿਕ ਕੰਟਰੀਆਂ 'ਚ ਹੁੰਦਾ ਹੈ, ਸਾਊਦੀ ਅਰੇਬੀਆ 'ਚ ਹੁੰਦਾ ਹੈ ਜਾਂ ਦੁਬਈ 'ਚ ਹੁੰਦਾ ਹੈ, ਹੱਥ ਕੱਢ ਦਿਓ, ਪਬਲਿਕ ਐਗਜ਼ੀਕਿਊਸ਼ਨ ਕਰੋ। ਸੋ ਲੋਕੀ ਇਸ ਨੂੰ ਉਸ ਨਾਲ ਜੋੜ ਕੇ ਦੇਖਦੇ ਨੇ। ਸਰ, ਇਸ ਦੇ ਵਿੱਚ ਮੈਂ ਐਡ ਕਰਨਾ ਚਾਹਾਂਗਾ, ਜਿਸ ਤਰੀਕੇ ਦੇ ਨਾਲ ਇਹ ਘਟਨਾਵਾਂ ਹੋਈਆਂ ਨੇ, ਬੇਅਦਬੀ ਕਰਨ ਦੀ ਮਨਸ਼ਾ ਨਾਲ ਹਰ ਕੋਈ ਆਉਂਦਾ, ਅਖੀਰ ਦੇ ਵਿੱਚ ਉਸ ਨੂੰ ਮਾਨਸਿਕ ਤੌਰ 'ਤੇ ਬਿਮਾਰ ਜਾਂ ਮੈਂਟਲ ਇਸ ਤਰੀਕੇ ਦਾ ਕਹਿ ਦਿੱਤਾ ਜਾਂਦਾ ਕਿ ਠੀਕ ਨਹੀਂ ਹੈਗਾ। ਪਰ ਅਸਲ ਦੇ ਵਿੱਚ ਜਦੋਂ ਸੌਦਾ ਲੱਗ ਜਾਂਦਾ ਕਿ ਜਿਹੜੀ ਉਹਦੇ ਪਿੱਛੇ ਵੱਡੀ ਸ਼ਕਤੀ ਬੈਠੀ ਹੋਈ ਹੈ ਉਹ ਕਾਮਯਾਬ ਹੋ ਰਹੀ ਹੈ ਕਿ ਇਹਨਾਂ ਨੂੰ ਸਿੱਖਾਂ ਨੂੰ ਇਸੇ ਤਰੀਕੇ ਨਾਲ ਪਿੰਚ ਕਰਦੇ ਰਹੋ ਤਾਂ ਇਸੇ ਤਰੀਕੇ ਨਾਲ ਮਾਰਦੇ ਰਹਿਣ ਤਾਂ ਇਸੇ ਤਰੀਕੇ ਨਾਲ ਬਦਨਾਮੀ ਹੁੰਦੀ ਰਹੇਗੀ। ਦੇਖੋ, ਜਿਹੜੇ ਇਹ ਸਾਜ਼ਿਸ਼ਾਂ ਕਰਾਉਂਦੇ, ਮੈਨੂੰ ਪੂਰੀ ਉਮੀਦ ਹੈ ਵੀ ਉਹ ਸੌਦਾ ਲਾਉਣ ਦੇ ਵੀ ਬੜੇ ਵੱਡੇ ਸਮਰਥਕ ਹੋਣਗੇ, ਕਿਉਂਕਿ ਐਵੀਡੈਂਸ ਰਹੇਗਾ ਹੀ ਨਹੀਂ ਤੇ ਉਹਨਾਂ ਤੱਕ ਇਨਵੈਸਟੀਗੇਸ਼ਨ ਪਹੁੰਚ ਹੀ ਨਹੀਂ ਸਕਦੀ। ਹੁਣ ਜਿਹੜਾ ਅੰਮ੍ਰਿਤਸਰ ਦਰਬਾਰ ਸਾਹਿਬ ਵਿੱਚ ਉਹਨੂੰ ਸਿੰਘ ਨੂੰ ਹਜੂਮੀ ਕਤਲ, ਆਮ ਭਾਸ਼ਾ 'ਚ ਹਜੂਮੀ ਕਤਲ ਕਹਿੰਦੇ ਨੇ, ਉਹ ਫੜ ਕੇ ਮਾਰਤਾ, ਹਜੂਮ ਨੇ ਮਾਰਤਾ। ਉਹ ਹਜੂਮ ਵਿੱਚ ਕੌਣ ਬੰਦੇ ਸੀ? ਕਿਸੇ ਨੇ ਉਹਨਾਂ ਦੇ ਨਾਂ ਲਏ ਵੀ ਤੁਸੀਂ ਕੌਣ ਹੋ? ਕਿਉਂਕਿ ਦਰਬਾਰ ਸਾਹਿਬ ਦੇ ਅੰਦਰ ਤੇ ਹਜ਼ਾਰਾਂ ਲੋਕ ਸੀ, 1000 ਲੋਕ ਤਾਂ ਨਹੀਂ ਆਏ ਉਹਨੂੰ ਮਾਰਨ। ਉਹਨੂੰ ਮਾਰਨ ਵਾਲਿਆਂ ਦੀ ਜਿਹੜੀ ਭੀੜ ਸੀ, ਜੋ ਮੈਂ ਵੀਡੀਓ 'ਚ ਦੇਖੀ, ਉਹ ਜ਼ਿਆਦਾ 15-20 ਬੰਦੇ, 25 ਬੰਦੇ ਸੀ। ਉਹਨਾਂ 25 ਬੰਦਿਆਂ 'ਚ ਕੌਣ ਸੀ ਉਹਦੀ ਲਿਸਟ ਬਣਨੀ ਚਾਹੀਦੀ ਸੀ, ਕਿਉਂਕਿ ਇਹ ਤੇ ਨਹੀਂ ਵੀ ਜਿਨ੍ਹਾਂ ਨੇ ਕਰਵਾਇਆ ਉਹ ਹੀ ਮਾਰਨ ਵਾਲਿਆਂ 'ਚ ਵੀ ਉਹਨਾਂ ਨੇ ਬੰਦੇ ਭੇਜੇ ਸੀ ਤੇ ਬੰਦਾ ਮਾਰਤਾ। ਅਜਿਹਾ ਕਿਉਂ ਚਾਹੁੰਦੇ ਆ? ਕੌਣ ਕਰਵਾਉਂਦਾ ਹੈ ਇਹ? ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ, ਸਿੱਖਾਂ ਨੂੰ ਬਦਨਾਮ ਕਰਨਾ, ਸਿੱਖ ਕੌਮ ਨੂੰ ਬਦਨਾਮ ਕਰਨਾ। ਕਿਉਂਕਿ ਸਾਡੀ ਸਮੱਸਿਆ ਹੈ ਵੀ ਸਾਡੀ ਆਇਡੈਂਟੀਟੀ ਹੈ, ਅਸੀਂ ਪਗੜੀ ਬੰਨਦੇ ਹਾਂ, ਦਾੜੀ ਰੱਖੀ ਹੋਈ ਹੈ, ਕਿਸੇ ਦੀ ਦਾੜੀ ਖੁੱਲ੍ਹੀ ਹੈ ਤੇ ਕਿਸੇ ਨੇ ਦਾੜੀ ਮੇਰੇ ਵਕਣ ਬਣੀ ਹੈ, ਜਾਂ ਕੁਝ ਲੋਕਾਂ ਨੇ ਦਾੜੀ ਆਪਣੀ ਟ੍ਰਿਮ ਕੀਤੀ ਹੋਈ ਹੈ। ਪਰ ਇਹ ਆਂਦੇ ਸਾਰੇ ਹੀ ਸਿੱਖੀ ਦੇ ਘੇਰੇ 'ਚ ਹੈ ਜਿਨ੍ਹਾਂ ਨੇ ਪਗੜੀ ਬੰਨੀ ਹੈ, ਚਾਹੇ ਉਹਨਾਂ ਨੇ ਸਿਰ ਦੇ ਵਾਲ ਵੀ ਜਿਹੜੇ ਨੇ ਉਹ ਮੁਨਾਏ ਹੋਣ। ਹੁਣ ਕੁਐਸਚਨ ਹੈ ਵੀ ਬਦਨਾਮ ਕੌਣ ਹੁੰਦਾ? ਫਿਰ ਬਦਨਾਮ ਤੇ ਸਿੱਖ ਹੀ ਹੁੰਦਾ ਨਾ। ਜਦੋਂ ਤੁਸੀਂ ਕਹਿੰਦੇ ਹੋ ਵੀ ਸੌਦਾ ਲਾਤਾ ਤੇ ਉਹ ਉੱਥੇ ਨਾਅਰੇ ਲੱਗ ਰਹੇ ਨੇ ਤੇ ਉਹਦੀ ਜੈ-ਜੈਕਾਰ ਹੋ ਰਹੀ ਹੈ ਕਚਹਿਰੀ ਤੇ ਫੁੱਲ ਬਰਸਾਏ ਜਾ ਰਹੇ, ਇਹਨਾਂ ਗੱਲਾਂ ਨੂੰ ਦੁਨੀਆ ਹੋਰ ਨਿਗਾਹਾਂ ਨਾਲ ਦੇਖਦੀ ਹੈ। ਲੋਕ ਤਾਂ ਕਮੈਂਟ ਕਰਦੇ ਨੇ, ਭਾਵੇਂ ਫੇਸਬੁੱਕ ਤੇ ਵੀਡੀਓ ਪਾਈ ਹੈ, ਕਿਸੇ ਨੇ ਖਬਰ ਚਲਾਈ ਹੈ ਵੱਡੇ ਚੈਨਲ ਨੇ, ਲੋਕ ਤਾਂ ਕਮੈਂਟ ਕੀਤੇ ਨੇ ਕਿ ਇਹ ਵਧੀਆ ਕੀਤਾ ਕਿ ਨਹੀਂ। ਲੋਕ ਦੇਖੋ ਇਵੇਂ ਹੈ, ਜੇ ਅਸੀਂ ਆਮ ਬੰਦੇ ਦੀ ਸੋਚ ਨਾਲ ਚੱਲੀ ਜਾਵਾਂਗੇ ਤੇ ਫਿਰ ਇਹ ਤੇ ਪਤਾ ਹੀ ਨਹੀਂ ਲੱਗੇਗਾ ਇਹ ਸਾਜ਼ਿਸ਼ ਪਿੱਛੇ ਸਾਜ਼ਿਸ਼ ਕਰਤਾ ਕੌਣ ਹੈ। ਇਹ ਤੇ ਤਾਂ ਹੀ ਪਤਾ ਲੱਗੇਗਾ, 2-4 ਬੰਦੇ ਫੜੋ, ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕਿਹਨੇ ਭੇਜਿਆ, ਉਹਨਾਂ ਦੇ ਪਰਿਵਾਰਾਂ 'ਚ ਜਾਓ, ਉਹਨਾਂ ਦੇ ਮੋਬਾਈਲ ਦੇਖੋ, ਜਿੱਥੇ ਉਹ ਰਹਿੰਦਾ ਉਹਨਾਂ ਦੇ ਘਰ ਕੌਣ ਬੰਦੇ ਆਉਂਦੇ ਨੇ। ਪੁਲਿਸ ਸਭ ਲੱਭ ਲੈਂਦੀ ਹੈ, ਪੁਲਿਸ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ, ਏਜੰਸੀਆਂ ਨੂੰ ਮੇਰੇ ਨਾਲੋਂ ਜ਼ਿਆਦਾ ਪਤਾ। ਉਹ ਇਸ ਕੰਮ ਲਈ ਸਪੈਸ਼ਲੀ ਟ੍ਰੇਨਡ ਕੀਤੇ ਜਾਂਦੇ ਨੇ ਇਹਨਾਂ ਕੇਸਾਂ ਦੀ ਇਨਵੈਸਟੀਗੇਸ਼ਨ। ਇਹ ਵੀ ਸੁਣਿਆ ਜਾਂਦਾ ਕਿ ਇੰਟੈਲੀਜੈਂਸ ਦੀ ਇਨਪੁਟ ਬਹੁਤ ਵੱਡੀ ਹੁੰਦੀ ਹੈ ਕਿ ਇਨਪੁਟ ਦਾ ਤੇ ਤਾਂ ਹੋਏਗਾ ਜਦ ਤੁਸੀਂ ਸੌਦਾ ਲਾਤਾ ਤੇ ਅਗਲੇ ਫਾਈਲ ਬੰਦ ਕਰਕੇ ਉਹਨਾਂ ਨੂੰ ਕੀ ਲੋੜ ਹੈ ਵੀ ਹੁਣ ਤੁਹਾਡੇ ਮਤਲਬ ਪੁਲਿਸ ਦੇ ਧਿਆਨ ਦੇ ਵਿੱਚ ਹੈਗਾ ਪਹਿਲੇ ਕਿ ਇੱਕ ਹੋਣ ਵਾਲੀ ਚੀਜ਼ ਹੈ? ਪੁਲਿਸ ਨੂੰ ਨਹੀਂ, ਪੁਲਿਸ ਦੀ ਇਹਦੇ 'ਚ ਇਨਵੋਲਵਮੈਂਟ ਨਹੀਂ ਮੰਨਦਾ ਮੈਂ ਵੀ ਪੁਲਿਸ ਦੇ ਧਿਆਨ 'ਚ ਹੋਵੇ ਵੀ ਅੱਜ ਇਹ ਕੰਮ ਹੋਣ ਲੱਗਾ। ਇਹ ਦੇਖੋ, ਇਹ ਕੋਈ ਕਰ ਰਿਹਾ ਤੇ ਇੰਨੇ ਪਾਗਲ ਕਿੱਥੋਂ ਆ ਗਏ? ਹੁਣ ਪਹਿਲੇ ਪਾਗਲ ਨਹੀਂ ਸੀ ਪੰਜਾਬ 'ਚ। ਪੰਜਾਬ 'ਚ ਪਾਗਲਾਂ ਦੀ ਕੋਈ ਕਮੀ ਤਾਂ ਨਹੀਂ ਹੁੰਦੀ, ਇੰਨੇ ਮੈਂਟਲ ਹਸਪੀਟਲ ਹੈ ਅੰਮ੍ਰਿਤਸਰ ਤੇ ਹੋਰ ਵੀ ਸਾਈਕੈਟਰੀ ਦੇ ਕਈ ਜਿਨ੍ਹਾਂ ਨਾਲ ਬੈਲੈਂਸ ਖਰਾਬ ਹੁੰਦਾ ਲੋਕਾਂ ਦਾ। ਤੇ ਆਮ ਤੁਸੀਂ ਦੇਖੋਗੇ ਮਾਨਸਿਕ ਰੋਗੀ ਘਰਾਂ 'ਚ ਬਹੁਤ ਜ਼ਿਆਦਾ ਗਿਣਤੀ ਦਿਨ ਬ ਦਿਨ ਵੱਧਦੀ ਜਾਂਦੀ ਹੈ। ਤੋ ਇਹਦਾ ਇਹ ਮਤਲਬ ਨਹੀਂ ਵੀ ਪੁਲਿਸ ਕਰਵਾ ਰਹੀ ਹੈ। ਮੈਂ ਤੇ ਇਹ ਕਹਿ ਰਿਹਾ ਕਿ ਜਿਹੜੀ ਸ਼ਕਤੀ ਨੇ ਇਹ 8 ਕੇਸਾਂ ਦੇ ਪਿੱਛੇ ਇਨਵੋਲਵਡ ਹੈ, ਇੱਕ ਵਿੱਚ ਤੇ ਪਤਾ ਲੱਗ ਗਿਆ ਬਾਬਾ ਰਾਮ ਰਹੀਮ ਦੇ ਬੰਦੇ ਇਨਵੋਲਵਡ ਸੀ, ਉਹਦੇ ਜਿਹੜੇ ਪ੍ਰੇਮੀ ਇਨਵੋਲਵਡ ਸੀਗੇ। ਹਾਂਜੀ, ਤੇ ਉਹ ਜਿਹੜਾ ਸਿਰਸੇ ਵਾਲਾ ਬਾਬਾ, ਉਹਦੇ ਜਿਹੜੇ ਪ੍ਰੇਮੀ ਸੀ ਉਹਨਾਂ ਨੇ ਕੀਤੇ। ਤੋ ਜੇਕਰ ਤੁਸੀਂ ਬੰਦੇ ਮਾਰੋਗੇ ਨਹੀਂ ਤੇ ਫਿਰ ਤੇ ਪਤਾ ਲੱਗ ਜਾਏਗਾ ਵੀ ਇਹ ਕੌਣ ਹੈ, ਕਿੱਥੇ ਤੱਕ ਹੈ। ਜੇ ਤੁਸੀਂ ਇੱਕ ਜਿਹੜੀ ਇੰਨੀ ਪੁਰਾਣੀ 15ਵੀਂ ਸਦੀ ਦੀ ਸੌਦਾ ਲਾਉਣ ਦੀ ਜਿਹੜੀ ਪਰੰਪਰਾ ਹੈ
ਉਹਦੇ ਵਿੱਚ ਵਿਸ਼ਵਾਸ ਕਰਕੇ, ਜਿਵੇਂ ਮੈਂ ਹੁਣ ਇੱਕ ਵੀਡੀਓ ਸੁਣ ਰਿਹਾ ਸੀਗਾ, ਉਹ ਕੋਈ ਬਾਬਾ ਜੀ ਸੀਗੇ ਨੌਜਵਾਨ, ਉਹਨਾਂ ਦਾ ਆਪਣਾ ਚੈਨਲ ਹੈ ਤੇ ਉਹ ਸਿੱਖੀ ਦਾ ਉਹ ਰੋਜ਼ ਆਪਣਾ ਪ੍ਰਚਾਰ ਕਰਦੇ ਨੇ। ਉਹ ਕਹਿ ਰਹੇ ਸੀ ਵੀ ਇਹ ਜਿਹੜੇ ਸੋਧਾ ਲਾਣੇ ਦੇ ਵਿਰੁੱਧ ਬੋਲਦੇ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਕੁਝ ਵੀ ਨਹੀਂ ਪਤਾ, ਇਹ ਸਿੱਖ ਹੀ ਨਹੀਂ ਹੈਗੇ। ਹੋਰ ਵੀ ਕਈ ਕੁਝ ਗੱਲਾਂ ਕਹੀਆਂ ਇਹਨਾਂ ਨੇ ਵੀ ਸੋਧੇ ਲਾਣ ਦੇ ਵਿਰੁੱਧ ਬੋਲਣ ਵਾਲੇ ਆਪਣਾ ਚੀਪ ਪਬਲਿਸਿਟੀ, ਸਸਤੀ ਆਪਣੀ ਮਸ਼ਹੂਰੀ ਚਾਹੁੰਦੇ। ਤਾਂ ਉਹ ਇਸ ਕਰਕੇ ਜਿਹੜਾ ਸੋਧਾ ਲਾਣਾ ਹੈ ਉਦੋਂ ਧਾਰਮਿਕ ਰੰਗਤ ਦੇਣ ਦੀ, ਉਹ ਹੈ ਵੀ ਗੱਲ ਧਾਰਮਿਕ ਹੀ ਹੈ ਨਿਹੰਗਾਂ ਦੇ ਲਈ, ਔਰ ਉਹਨੂੰ ਇਸ ਤਰ੍ਹਾਂ ਜਿਹੜੇ ਧਾਰਮਿਕ ਸੰਸਥਾਵਾਂ ਦੇ ਲੋਕ ਵੀ ਇਹ ਸਾਰਾ ਕੁਝ ਕਰਦੇ। ਤਾਂ ਉਹਦੇ ਨਾਲ ਇਹ ਗੱਲ ਕਿਵੇਂ ਨਿਪਟੇਗੀ, ਇਹਦਾ ਨਿਪਟਾਰਾ ਕਿਵੇਂ ਹੋਏਗਾ, ਇਹ ਤਾਂ ਇਨਵੈਸਟੀਗੇਸ਼ਨ ਏਜੰਸੀਆਂ ਕਰ ਸਕਦੀਆਂ। ਜਿਵੇਂ ਸਰ ਆਪਾਂ ਜ਼ਿਕਰ ਕੀਤਾ ਕਿ 2015 ਦੇ ਵਿੱਚ, ਉਸ ਤੋਂ ਪਹਿਲਾਂ ਵੀ ਕਈ ਬੇਅਦਬੀਆਂ ਹੋਈਆਂ ਨੇ, ਵੱਖ-ਵੱਖ ਥਾਵਾਂ 'ਤੇ ਹੋਈਆਂ ਨੇ। 2015 ਦੀ ਗੱਲ ਕੀਤੀ, 8 ਸਾਲ ਹੋ ਗਏ, 2023 ਹੋ ਚੁੱਕਿਆ। ਤਾਂ ਜਿਵੇਂ ਹੁਣ ਤੁਸੀਂ ਕਿਹਾ ਕਿ ਜੇ ਅਗਰ ਕਿਸੇ ਨੂੰ ਮਾਰਿਆ ਨਹੀਂ, ਸੌਦਾ ਨਹੀਂ ਲਾਇਆ ਕਿਸੇ ਦਾ, ਤਾਂ ਅਸਲ ਸੱਚਾਈ ਤੱਕ ਪਹੁੰਚ ਗਏ। ਜਿਵੇਂ ਸੌਦਾ ਸਾਧ ਦਾ ਜ਼ਿਕਰ ਕਰਤਾ ਤੁਸੀਂ ਵੀ, ਉਹਨਾਂ ਤੱਕ ਪਹੁੰਚ ਗਏ। ਕੀ ਲੱਗਦਾ ਵੀ ਜੇ ਹੁਣ ਅੱਗੇ ਕਿਤੇ ਹੁੰਦੀ ਹੈ ਜੇ ਇਸ ਤਰੀਕੇ ਦੇ ਨਾਲ ਬੇਅਦਬੀ, ਅਗਰ ਉਹਨੂੰ ਹਿਰਾਸਤ ਦੇ ਵਿੱਚ ਲਿੱਤਾ ਜਾਂਦਾ, ਜਿਵੇਂ ਹੁਣ ਰਾਜਪੁਰਾ ਆਇਆ, ਉਸ ਤੋਂ ਪੁੱਛ ਪੜਤਾਲ ਕਰਕੇ ਅੱਗੇ ਤੱਕ ਜਾਇਆ ਜਾ ਸਕਦਾ? ਦੇਖੋ, ਇਹ ਜਿਹੜਾ ਰਾਜਪੁਰੇ ਵਾਲਾ ਫੜਿਆ, ਇਹ ਰਾਜਪੁਰੇ ਵਾਲਾ ਦਾ ਪਹਿਲੇ ਤੇ ਮਾਨਸਿਕ ਤਵਾਜ਼ਨ ਇਹਦਾ ਠੀਕ ਹੈ ਕਿ ਨਹੀਂ, ਜਾ ਕੇ ਰਿਪੋਰਟ ਸਾਈਕੈਟਰੀ ਡਿਪਾਰਟਮੈਂਟ 'ਚੋਂ, ਦਿਮਾਗੀ ਰੋਗਾਂ ਦੇ ਡਿਪਾਰਟਮੈਂਟ 'ਚੋਂ ਜਾ ਕੇ ਪਹਿਲੇ ਉਹਦੀ ਸਕੈਨਿੰਗ ਬ੍ਰੇਨ ਦੀ ਵੀ ਕਰਾਈ ਜਾਏ, MRI ਵੀ ਕਰਾਈ ਜਾਏ, ਹੋਰ ਜੋ ਕੁਝ ਹੁੰਦਾ, ਔਰ ਪਤਾ ਕੀਤਾ ਜਾਏ ਵੀ ਇਹ ਹੈ ਕਿ ਨਹੀਂ ਹੈ। ਫਿਰ ਉਹਦੇ ਰਿਸ਼ਤੇਦਾਰਾਂ ਤੋਂ ਪੁੱਛਿਆ ਜਾਏ ਵੀ ਇਹਦਾ ਇਲਾਜ ਕਿੱਥੇ ਹੋ ਰਿਹਾ ਸੀ, ਦੱਸੋ। ਤੁਸੀਂ ਪਾਗਲ ਕਹਿ ਰਹੀ ਉਹਦੀ ਮਾਂ ਵੀ ਇਹ ਪਾਗਲ ਹੈ, ਤੇ ਪਾਗਲ ਹੈ ਤੇ ਇਲਾਜ ਕਿੱਥੇ ਹੋ ਰਿਹਾ ਸੀ, ਪਰਚੀਆਂ ਦਿਖਾਓ, ਕਿਹੜੀ ਦਵਾਈਆਂ ਖਾਂਦਾ ਸੀ। ਸੋ ਜੇ ਉਹ ਦਵਾਈਆਂ ਵੀ ਨਹੀਂ ਸੀ ਖਾਂਦਾ, ਉਹਦਾ ਇਲਾਜ ਵੀ ਨਹੀਂ, ਇਹ ਉਹਦੀ ਮਾਂ ਪ੍ਰਚਾਰ ਕਰੀ ਜਾ ਰਹੀ ਹੈ, ਤਾਂ ਪੁਲਿਸ ਉਹ ਕਿੰਨਾ ਲੋਕਾਂ 'ਚ ਬੈਠਦਾ ਸੀ, ਉਹਨਾਂ ਦੇ ਘਰ ਕੌਣ ਆਉਂਦਾ, ਉਹਦੇ ਮੋਬਾਈਲਾਂ 'ਤੇ ਕੌਣ ਹੈ, ਉਹਦੇ ਦੋਸਤ ਕੌਣ ਹੈ। ਪੁਲਿਸ ਏਜੰਸੀਆਂ ਨਹੀਂ ਲੱਭਣਾ ਇਹ ਕੋਈ ਔਖਾ ਨਹੀਂ ਹੁੰਦਾ। ਮੋਬਾਈਲ ਕਿਉਂ ਕੈਪਚਰ ਕਰਦੇ ਨੇ ਸਭ ਤੋਂ ਪਹਿਲੇ ਕ੍ਰਿਮੀਨਲ ਦਾ? ਇਸੇ ਲਈ ਕਰਦੇ ਨੇ ਕਿ ਮੋਬਾਈਲ ਵਿੱਚ ਉਸ ਸਮੇਂ ਜਿਸ ਵੇਲੇ ਇਹਨੇ ਕ੍ਰਾਈਮ ਕਮਿਟ ਕੀਤਾ, ਇਹਨੂੰ ਕਿਹਦੇ ਨਾਲ ਗੱਲ ਹੋਈ ਉਸ ਤੋਂ ਪਹਿਲੇ ਤੇ ਬਾਅਦ ਵਿੱਚ। ਸੋ ਇਹ ਇਸ ਕਰਕੇ ਇਹ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ। ਜਿਹੜੀਆਂ ਬੇਅਦਬੀਆਂ ਹੋ ਰਹੀਆਂ ਉਹਨਾਂ ਬੇਅਦਬੀਆਂ ਪਿੱਛੇ ਸਾਜ਼ਿਸ਼ਕਾਰਤਾ ਕੌਣ ਹਨ, ਸਾਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ। ਸਾਰੀ એનર્ਜੀ ਅਸੀਂ ਸੌਦਾ ਲਾਣੇ ਤੇ ਲਾਈ ਜਾਂਦੇ ਹਾਂ। ਸੌਦਾ ਤੇ ਲੱਗ ਗਿਆ, ਜਿਨ੍ਹਾਂ ਦਾ ਲੱਗਣਾ ਸੀ ਉਹ ਤੇ ਹੁਣ ਪੁਲਿਸ ਜਾਣੇ, ਕੋਰਟਾਂ ਜਾਣ। ਜਿਹੜੀ ਇਨਵੈਸਟੀਗੇਸ਼ਨ ਹੈ ਪੁਲਿਸ ਨਹੀਂ ਕਰ ਰਹੀ, ਏਜੰਸੀਆਂ ਨਹੀਂ ਕਰ ਰਹੀਆਂ। ਸੋ ਸਿੱਖ ਸਮੁਦਾਇ ਨੂੰ ਕੋਈ ਸੰਤੁਸ਼ਟ ਜਵਾਬ ਹੁਣ ਤੀਕਣ ਪੁਲਿਸ ਨੇ ਲੱਭ ਕੇ ਨਹੀਂ ਦਿੱਤਾ ਕਿ ਉਹਨਾਂ ਕੋਲ ਜਿਹੜਾ ਮੁਰੰਡੇ ਵਾਲਾ ਦੋਸ਼ੀ ਸੀਗਾ, ਉਹਨਾਂ ਕੋਲ ਉਹ 10 ਦਿਨ ਰਿਹਾ। ਉਹਨਾਂ ਨੇ ਉਹਦਾ ਨਾ ਤੇ ਦਿਮਾਗੀ ਚੈਕਿੰਗ ਕਰਾਈ, ਨਾ ਉਹਨੂੰ ਲੈ ਕੇ ਗਏ ਸਾਈਕੈਟਰੀ 'ਚ, ਨਾ ਮੈਂਟਲ ਹਸਪੀਟਲ ਲੈ ਕੇ ਗਏ ਅੰਮ੍ਰਿਤਸਰ, ਉਹਦਾ ਕੋਈ ਉਹਨਾਂ ਨੇ ਚੈਕਿੰਗ ਨਹੀਂ ਕਰਾਈ ਕਿ ਵੀ ਇਹ ਪਾਗਲ ਹੈ ਕਿ ਨਹੀਂ। ਸਗੋਂ ਉਹਨੂੰ ਉੱਥੋਂ ਜਦੋਂ ਉਹਨੂੰ ਕੋਰਟ 'ਚ ਇੱਕ ਵਕੀਲ ਮਾਰਨ ਲੱਗਾ ਤੇ ਉਹਦੇ 'ਚੋਂ ਪੁਲਿਸ ਨੇ ਬਚਾ ਲਿਆ ਤੇ ਉਹਦੀ ਜੇਲ੍ਹ ਬਦਲ ਦਿੱਤੀ। ਹੁਣ ਜੇਲ੍ਹ ਬਦਲਣ ਨਾਲ ਤੇ ਦਾ ਸਬੰਧ ਨਹੀਂ ਸੀ ਨਾ, ਸਬੰਧ ਤੇ ਸੀਗੀ ਪੁਲਿਸ ਨੂੰ ਆਪਣੀ ਇਨਵੈਸਟੀਗੇਸ਼ਨ ਪੂਰੀ ਕਰਨੀ ਚਾਹੀਦੀ ਸੀ। ਜੇਕਰ 10 ਦਿਨ ਵਿੱਚ ਪੁਲਿਸ ਨੇ ਇਹ ਵੀ ਚੈੱਕ ਨਹੀਂ ਕੀਤਾ ਵੀ ਇਹ ਪਾਗਲ ਹੈ ਵੀ ਕਿ ਨਹੀਂ ਹੈ, ਤੇ ਫਿਰ ਪੁਲਿਸ ਨੇ ਕੀ ਕੀਤੀ ਕਾਰਵਾਈ? ਇਹਦਾ ਮਤਲਬ ਪੁਲਿਸ ਬੜੇ ਢਿੱਲੇ ਮੂਡ ਵਿੱਚ ਕੰਮ ਕਰਦੀ ਹੈ। ਉਹ ਇਹਨਾਂ ਬੇਅਦਬੀਆਂ ਦੇ ਕੇਸਾਂ ਨੂੰ ਨਹੀਂ ਲੈ ਲਈ ਸੀਰੀਅਸਲੀ ਪੰਜਾਬ ਦੀ ਪੁਲਿਸ। ਇਸ ਕਰਕੇ ਲੋਕਾਂ ਦੀ ਜ਼ਰੂਰਤ ਵੱਧਦੀ ਜਾਂਦੀ ਹੈ। ਇਸ ਕਰਕੇ ਸੌਦਾ ਲਾਉਣ ਵਾਲਿਆਂ ਦੀ ਜ਼ਰੂਰਤ ਵੀ ਵੱਧਦੀ ਜਾਂਦੀ ਹੈ। ਉਹਨਾਂ ਨੂੰ ਐਂ ਲੱਗਦਾ ਵੀ ਜਿਹੜੀ ਉਹ ਸਿੱਖ ਕੌਮ ਦੀ ਸੇਵਾ ਕਰ ਰਹੇ ਨੇ, ਪੰਥ ਦੀ ਸੇਵਾ ਕਰ ਰਹੇ। ਜਦੋਂ ਸੌਦਾ ਲਾਉਣ ਵਾਲਿਆਂ ਪਿੱਛੇ SGPC ਖੜੀ ਹੋਗੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਹੋਗੀ, ਤਾਂ ਜਿਹੜਾ ਸੌਦਾ ਲਾਣਾ ਹੈ ਇਹ ਇੱਕ ਸਿੱਖੀ ਦਾ ਕਾਰਜ ਤੇ ਪਹਿਲੇ ਵੀ ਸੀਗਾ। ਉਸ ਨੂੰ ਅੱਜ ਮਾਡਰਨ ਯੁੱਗ ਵਿੱਚ, ਯਾਨੀ ਅਜੋਕੇ ਸਮਿਆਂ ਵਿੱਚ, ਜਿਸ ਵੇਲੇ ਦੁਨੀਆ ਇੰਨੀ ਬਦਲ ਗਈ ਹੈ, ਸੋਚ ਬਦਲ ਗਈ ਹੈ, ਹਰ ਧਰਮ ਦਾ ਰਹਿਣ ਸਹਿਣ ਦਾ ਢੰਗ ਮੁੜ ਗਿਆ, ਟੈਕਨੋਲੋਜੀ ਇੰਨੀ ਐਡਵਾਂਸ ਹੈ, ਉਸ ਸਮੇਂ ਵੀ ਉਹਨੂੰ ਸੌਦੇ ਲਾਣੇ ਨੂੰ ਮੈਂ ਪਹਿਲੇ ਜਿਵੇਂ ਦੱਸ ਰਿਹਾ ਸੀ ਕਿ ਜਿਹੜੇ ਇਸਲਾਮਿਕ ਕੰਟਰੀਆਂ, ਯਾਨੀ ਜਿਵੇਂ ਦੁਬਈ ਹੈ ਜੀ, UAE ਜਾਂ ਸਾਊਦੀ ਅਰੇਬੀਆ ਜਾਂ ਹੋਰ ਇਹਦੇ ਨਾਲ ਜਿਹੜੇ ਇਹਨਾਂ ਦੇ 37-38 ਕੰਟਰੀਆਂ, ਉਹਨਾਂ ਮੁਲਕਾਂ ਵਿੱਚ ਜਿਹੜਾ ਕ੍ਰਾਈਮ ਕਰਦਾ ਉਹਦੇ ਗੁੱਟ ਵੱਢ ਦਿੰਦੇ।
ਪੈਰ ਦੇ ਇੱਕ ਲੱਤ ਵੱਢ ਦੇਣਗੇ, ਦੋਨੋਂ ਹੱਥ ਵੱਢ ਦੇਣਗੇ, ਜਾਂ ਉਸ ਦੀ ਪਬਲਿਕ ਐਗਜ਼ੀਕਿਊਸ਼ਨ ਹੋਏਗੀ, ਉਹਦੇ ਹੱਥ ਬੰਨ੍ਹ ਕੇ ਖੜੇ ਕਰਨਗੇ, ਸ਼ਾਇਦ ਮੁਨਾਦੀ ਫਿਰ ਜਾਏਗੀ, ਸਾਰੇ ਲੋਕ ਦੇਖਣ ਆਉਣਗੇ ਤੇ ਬਲੈਕ ਕਮਾਂਡੋ ਜਿਹੜੇ ਹੁੰਦੇ ਨੇ ਮਿਲਟਰੀ ਦੇ ਹੋਣਗੇ ਜਾਂ ਪੁਲਿਸ ਦੇ, ਉਹ ਪਿੱਛੋਂ ਦੀ ਫਾਇਰਿੰਗ ਕਰਦੇ ਨੇ ਤੇ ਲੋਕ ਨਾਅਰੇ ਲਾ ਕੇ ਚਲੇ ਜਾਂਦੇ ਨੇ ਦੇਖ ਕੇ। ਇਹ ਜਿਹੜੀਆਂ ਚੀਜ਼ਾਂ ਸਾਨੂੰ ਸਿੱਖ ਕੌਮ ਜਿਹੜੀ ਹੈ ਉਸ ਨੂੰ ਲੋਕਾਂ ਦੀ ਸੇਵਾ ਤੇ ਲੋਕਾਂ ਦੀ ਹਮਦਰਦੀ ਲੈਣ ਵੱਲ ਧਿਆਨ ਦੇਣਾ ਚਾਹੀਦਾ, ਨਾ ਕਿ ਆਪ ਹੁਦਰੇਪਨ ਦੀ ਜਿਹੜੀ ਇਹ ਪ੍ਰਥਾ ਪੈ ਰਹੀ ਹੈ। ਇਸ ਨਾਲ ਮੇਰੇ ਮੁਤਾਬਕ ਤਾਂ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬਾਹਰ ਸਾਊਦੀ ਅਰਬ ਦੇ ਵਿੱਚ, ਦੁਬਈ, ਇਸ ਤਰੀਕੇ ਦੀ ਕੰਟਰੀਆਂ ਦੇ ਵਿੱਚ ਕਿ ਉੱਥੋਂ ਦਾ ਕਾਨੂੰਨ ਜਿਹੜਾ ਸਜ਼ਾ ਦਿੰਦਾ, ਕੋਈ ਆਮ ਬੰਦਾ ਨਹੀਂ ਸਜ਼ਾ ਦਿੰਦਾ ਉਹਨੂੰ ਚੁਰਾਹੇ ਦੇ ਵਿੱਚ ਖੜਾ ਕੇ। ਇੱਥੇ ਵੀ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਅਜਿਹਾ ਕਾਨੂੰਨ ਜਿਹੜਾ ਅਸੈਂਬਲੀ ਦੇ ਵਿੱਚ ਪਾਸ ਕੀਤਾ ਜਾਵੇ, ਜਿਹੜਾ ਵੀ ਕੋਈ ਕਿਸੇ ਵੀ ਧਰਮ ਦੀ, ਭਾਵੇਂ ਕੁਰਾਨ ਦੀ, ਭਾਵੇਂ ਕਿਸੇ ਗ੍ਰੰਥ ਦੀ ਬੇਅਦਬੀ ਕਰਦਾ, ਤੁਹਾਨੂੰ ਸਰਕਾਰ ਇਹ ਮੰਗ ਬਿਲਕੁਲ ਗਲਤ ਹੈ। ਡੈਮੋਕ੍ਰੇਸੀ ਹੈ ਸਾਡੇ ਮੁਲਕ 'ਚ। ਦੇਖੋ ਪਾਕਿਸਤਾਨ 'ਚ ਬਲਾਸਫੇਮੀ ਦਾ ਐਕਟ ਹੈਗਾ, ਉਹਦੇ ਵਿੱਚ ਸਜ਼ਾਏ ਮੌਤ ਹੈ। ਜੇਕਰ ਕੋਰਟ ਕਿਸੇ ਨੂੰ ਬਰੀ ਕਰ ਦਿੰਦੀ ਹੈ ਤੇ ਉਹ ਜਿਸ ਇਲਾਕੇ 'ਚ ਰਹਿੰਦਾ ਉਸ ਇਲਾਕੇ ਦਾ ਹਜੂਮ ਉਹਨੂੰ ਮਾਰ ਦਿੰਦਾ। ਬੰਦਾ ਜਿਹਦੇ ਤੇ ਬਲਾਸਫੈਮੀ ਦਾ ਸੱਚਾ ਝੂਠਾ ਕੇਸ ਬਣ ਗਿਆ, ਪਾਕਿਸਤਾਨ 'ਚ ਉਹ ਨਹੀਂ ਬਚ ਸਕਦਾ। ਪਾਕਿਸਤਾਨ 'ਤੇ ਉਹਨਾਂ ਨੇ ਗਵਰਨਰ ਵੀ ਮਾਰਦਾ, ਜਿਹੜਾ ਗਵਰਨਰ ਇੱਕ ਕ੍ਰਿਸਚੀਅਨ ਔਰਤ ਨੂੰ ਮਿਲਣ ਗਿਆ ਸੀ ਜੇਲ੍ਹ 'ਚ, ਜਿਹਦੇ ਉੱਤੇ ਬਲਾਸਫੈਮੀ ਦਾ ਕੇਸ ਸੀਗਾ, ਤੇ ਉਹਨੇ ਬਾਅਦ 'ਚ ਉਸ ਗਵਰਨਰ ਨੂੰ ਮਾਰਤਾ। ਉਹ ਜਿਹੜਾ ਕਾਦਰੀ ਸੀ ਜਿਸ ਨੇ ਮਾਰਿਆ, ਉਹਦਾ ਪਰਸਨਲ ਗਨਮੈਨ ਸੀਗਾ, ਉਹਦੇ ਨਾਲ ਲੱਖਾਂ ਲੋਕ ਹੋ ਗਏ ਇਕੱਠੇ। ਉਹਦਾ ਜਿਹੜਾ ਇਸਲਾਮਾਬਾਦ ਉਹਦੀ ਬਣਾਈ ਹੈ ਉਹਨਾਂ ਨੇ ਮਜ਼ਾਰ, ਉਹਦਾ ਇੱਕ ਮੈਮੋਰੀਅਲ ਖੜਾ ਕਰਤਾ। ਸੋ ਜਿਹੜਾ ਦੇਖਣ ਵਾਲੀ ਗੱਲ ਹੈ ਵੀ ਕੀ ਅਸੀਂ ਇਸ ਰਸਤੇ ਜਾਣਾ, ਜਾਂ ਅਸੀਂ ਸਿੱਖ ਕੌਮ ਨੇ ਹੱਥੇ ਤੇ ਹਮਲਾ ਨਹੀਂ ਕਰਦਾ। ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਇਸ ਨੂੰ ਕਲੋਜ਼ਿੰਗ ਵੇਲੇ, ਕਿ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨ੍ਹਈਆ ਨੂੰ ਨਿਹੱਥਿਆਂ ਜਾਂ ਜ਼ਖਮੀ ਦੁਸ਼ਮਣ ਦੇ ਫੌਜੀਆਂ ਨੂੰ ਵੀ ਪਾਣੀ ਪਿਲਾਉਣ ਤੋਂ ਨਹੀਂ ਰੋਕਿਆ। ਸਾਡੀ ਇਹ ਵੀ ਤਾਂ ਟ੍ਰੈਡੀਸ਼ਨ ਹੈਗੀ ਹੈ ਨਾ। ਜੇ ਉਹਨਾਂ ਨੇ ਕ੍ਰਾਈਮ ਕੀਤਾ, ਬੇਅਦਬੀ ਕੀਤੀ ਹੈ, ਤੇ ਬੇਅਦਬੀ ਦਾ ਉਹਨਾਂ 'ਤੇ ਕੇਸ ਚੱਲਣਾ ਚਾਹੀਦਾ ਨਾ। ਤੁਸੀਂ ਕਹੋ ਵੀ ਹੁਣ ਪੁਲਿਸ ਕਰਦੀ ਨਹੀਂ ਕੁਛ ਇਸ ਲਈ ਅਸੀਂ ਕਰ ਦਿਆਂਗੇ, ਫਿਰ ਤੁਸੀਂ ਤੇ ਗੁਰੂ ਸਾਹਿਬ ਦੀ ਜਿਹੜੀ ਨਿਹੱਥਿਆਂ 'ਤੇ ਨਾ ਹਮਲਾ ਕਰਨ ਦੀ ਜਿਹੜੀ ਪਰੰਪਰਾ ਚਲੀ ਆ ਰਹੀ ਸੀ, ਜਿਹੜੀ ਕਿ ਭਾਈ ਕਨ੍ਹਈਆ ਨਾਲ ਜੁੜਦੀ ਹੈ, ਅਸੀਂ ਤੇ ਉਹਦੇ ਵਿਰੁੱਧ ਵੀ ਖੜੇ ਹੋ ਰਹੇ ਹਾਂ। ਸਾਨੂੰ ਇਹ ਵੀ ਸੋਚਣਾ ਚਾਹੀਦਾ ਵੀ ਸਿੱਖਾਂ ਦਾ ਇੰਨਾ ਅਮੀਰ ਖਜ਼ਾਨਾ ਹੈ, ਉਹਦੇ ਵਿੱਚ ਅਸੀਂ ਭਾਈ ਕਨ੍ਹਈਆ ਵਾਲੀ ਲਾਈਨ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਲਾਈਨ ਤੇ ਕਿਉਂ ਨਹੀਂ ਚੱਲਦੇ? ਜਿਹੜੀਆਂ ਲਾਡਲੀਆਂ ਫੌਜਾਂ ਨੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀਆਂ। ਅਸੀਂ ਉਹਨਾਂ ਦੇ ਬੋਲ ਬਾਲਿਆਂ 'ਚੋਂ ਲੱਭ ਲਿਆ ਜੀ ਸੋਧਾ ਲਾਣਾ। ਜਿੰਨੇ ਸੋਧਾ ਲਾਇਆ ਕੀ ਉਹ ਨਿਹੰਗ ਹੈ? ਜਿੰਨੇ ਪਟਿਆਲੇ ਸੋਧਾ ਲਾਇਆ ਕੀ ਉਹ ਨਿਹੰਗ ਹੈ? ਨਿਹੰਗਾਂ ਦਾ ਤੇ ਹੋ ਸਕਦਾ ਵੀ ਸੋਧਾ ਲਾਣਾ। ਕੋਈ ਬੰਦੇ ਜਿਨ੍ਹਾਂ ਨੇ ਹਜੂਮੀ ਕਤਲ ਕੀਤਾ ਦਰਬਾਰ ਸਾਹਿਬ, ਉਹ ਨਿਹੰਗ ਸੀਗੇ? ਉਹਨਾਂ ਦੀ ਕਿੰਨਾ ਕੁ ਸਿੱਖੀ 'ਚ ਵਿਸ਼ਵਾਸ ਸੀਗਾ, ਕੀ ਸੀਗਾ? ਉਹ ਬੰਦੇ ਫੜੇ ਜਾਂਦੇ ਜਿਨ੍ਹਾਂ ਨੇ ਮਾਰਿਆ, ਉਹਨਾਂ ਦੀ ਇਨਵੈਸਟੀਗੇਸ਼ਨ ਹੁੰਦੀ ਕੌਣ ਸੀਗੇ। ਤੁਸੀਂ ਕਹੋ ਵੀ ਭਾਵਨਾਵਾਂ ਉਹਨਾਂ ਦੀਆਂ ਹਰਟ ਹੋ ਗਈਆਂ ਤੇ ਉਹਨਾਂ ਨੇ ਉਹ ਬੰਦੇ ਮਾਰ ਦਿੱਤਾ, ਉਹ ਬੰਦਾ ਉੱਥੇ ਹੀ ਮਾਰਦਾ। ਕਿਉਂਕਿ ਜਿਹੜੀ ਇਹ ਕੁੜੀ ਮਾਰੀ ਹੈ ਪਟਿਆਲੇ, ਇਹ ਪੁਲਿਸ ਨੇ ਫੜ ਕੇ, ਮੈਨੇਜਰ ਨੇ ਫੜ ਕੇ, ਜੋ ਦੀ ਪੁਲਿਸ ਦੀ ਕਸਟਡੀ ਸੀ। ਹੁਣ ਇਹ ਪੁਲਿਸ ਦੀ ਕਸਟਡੀ 'ਚ ਵੀ ਕੋਈ ਬੰਦਾ ਕਤਲ ਕਰ ਜਾਏ, ਪੁਲਿਸ ਦਾ ਮੂੰਹ ਕਾਲਾ ਹੋਣਾ ਚਾਹੀਦਾ। ਇਸ ਦੇ ਉੱਤੇ ਫਿਰ ਕੀ ਲੱਗਦਾ ਹੈ ਇਹ ਪੁਲਿਸ ਦੀ ਗੈਰ ਜ਼ਿੰਮੇਵਾਰੀ ਹੈ ਵੀ ਕੁੜੀ ਫੜੀ ਹੈ ਤੇ ਕੁੜੀ ਲੈ ਕੇ ਤੇ ਤੁਸੀਂ ਉੱਥੋਂ ਜਾਓ, ਲੈ ਕੇ ਤੁਸੀਂ ਇੱਕ ਪੂਰਾ ਟਾਈਮ ਦਿੱਤਾ, ਉਹ ਬੰਦਾ ਆਇਆ, ਉਹਦੇ ਕੋਲ ਪਰਸਨਲ ਰਿਵਾਲਵਰ ਸੀ, ਉਹਨੇ ਠਾਹ ਮਾਰੀ ਤੇ ਕੁੜੀ ਮਾਰਤੀ। ਪੁਲਿਸ ਦੇ ਕਬਜ਼ੇ ਵਿੱਚ ਕੁੜੀ ਨੂੰ ਮਾਰਿਆ ਗਿਆ। ਤੋ ਇਸ ਤੋਂ ਵੱਡੀ ਲਾਪਰਵਾਹੀ ਕੀ ਹੋ ਸਕਦੀ ਹੈ ਪਟਿਆਲਾ ਪੁਲਿਸ ਦੀ? ਅਸੀਂ ਸਾਰੇ ਉਹਨੂੰ ਢੱਕਣ ਲੱਗ ਜਾਈਏ, ਪੁਲਿਸ ਵੀ ਢੱਕਣ ਲੱਗ ਜਾਏ ਜੀ ਸੌਦਾ ਲਾਤਾ ਜੀ ਉਹਨੇ ਸੌਦਾ, ਫਿਰ ਪੁਲਿਸ ਸੌਦੇ ਲਵਾਏਗੀ ਬਾਕੀ ਕ੍ਰਿਮੀਨਲਾਂ ਨੂੰ। ਸੋ ਇਹ ਸਾਨੂੰ ਥੋੜ੍ਹੀਆਂ ਜਿਹੀਆਂ ਰੈਸ਼ਨਲੀ ਸੋਚਣਾ ਚਾਹੀਦਾ। ਸਿੱਖ ਧਰਮ ਦੀ ਜਿਹੜੀ ਇੰਨੀ ਵਿਸ਼ਾਲ ਰੂਪ ਹੈ, ਸਰਬਤ ਦਾ ਭਲਾ ਮੰਗਣਾ, ਸਰਬ ਸਾਂਝੀ ਸਾਡੀ ਗੁਰਬਾਣੀ ਹੈ, ਅਸੀਂ ਉਸ ਤੋਂ ਤੇ ਨਹੀਂ ਕੁਰਾਏ ਪੈ ਰਹੇ ਇਸ ਤਰ੍ਹਾਂ ਦੀਆਂ ਅਸੀਂ ਗੱਲਾਂ ਕਰਕੇ। ਸਾਨੂੰ ਸਾਰੀਆਂ ਸੋਚਣੀਆਂ ਚਾਹੀਦੀਆਂ। ਤੇ ਸੌਦੇ ਲਾਣੇ ਵਾਲੇ ਜਿਹੜੇ ਉਹ ਅੱਜ ਦੇ ਯੁੱਗ ਵਿੱਚ ਉਹਨਾਂ ਨੂੰ ਕ੍ਰਿਮੀਨਲ ਹੀ ਕਹਿਣਗੇ, ਭਾਵੇਂ ਉਹਨਾਂ ਦੀ ਸਮਰਥਨ ਕਰਨ ਕਈ ਗਿਆਨੀ ਧਿਆਨੀ ਵੀ ਕਰੀ ਜਾਂਦੇ। ਸਿੱਖ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹਨਾਂ ਦੀ ਸਮਰਥਨ ਕਰਦਾ, ਪਰ ਇਹਦੇ ਨਾਲ ਸਿੱਖ ਕਿਸੇ
ਸਿੱਟੇ ਤੇ ਨਹੀਂ ਪੜ ਸਕਦੇ। ਜੀ ਜੀ, ਬਹੁਤ ਸ਼ੁਕਰੀਆ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਲੋਹਰ ਜੀ ਜੁੜੇ ਹੋਏ ਸੀਗੇ। ਤਾਂ ਇਹਨਾਂ ਨੇ ਸਾਫ਼ ਤੌਰ ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਬੇਅਦਬੀਆਂ ਹੋ ਰਹੀਆਂ ਸੀਗੀਆਂ ਉਹਨਾਂ ਦੇ ਉੱਤੇ ਅਸੀਂ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕੋਈ ਦਾਰੂ ਪੀਣ ਬੈਠ ਜਾਂਦਾ ਹੈ ਤਾਂ ਕੋਈ ਗੁਰੂ ਮਹਾਰਾਜ ਦੇ ਸਰੂਪ ਕੰਨੀ ਵੱਧਦਾ ਤਾਂ ਕੋਈ ਗੁਰੂ ਮਹਾਰਾਜ ਦੇ ਸਰੂਪ ਅੰਗ ਖਿਲਾਰ ਦਿੰਦਾ ਹੈ। ਅਜਿਹੀਆਂ ਘਟਨਾਵਾਂ ਹੋ ਰਹੀਆਂ ਸੀ, ਪਰ ਸੌਦਾ ਸ਼ਬਦ ਕੀ ਸੀ ਉਸ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸਲ ਦੇ ਵਿੱਚ ਉਹ ਦੋਸ਼ੀਆਂ ਤੱਕ ਪੁਲਿਸ ਪਹੁੰਚ ਸਕੇਗੀ ਜਾਂ ਨਹੀਂ। ਇਸ ਵੀਡੀਓ ਤੋਂ ਬਾਅਦ ਵੀ ਦੇਖਣਾ ਹੋਏਗਾ ਕਿਹੜੀ ਥਾਵਾਂ ਤੇ ਘਟਨਾਵਾਂ ਹੋਈ ਹੈ, ਕੀ ਉਹਨਾਂ ਦੇ ਵਿੱਚ ਵੱਖਰਾ ਹੁੰਦਾ ਹੈ ਕਿ ਇਨਵੈਸਟੀਗੇਸ਼ਨ ਪੱਕੇ ਤਰੀਕੇ ਤੇ ਕੀਤੀ ਜਾਂਦੀ ਹੈ ਜਾਂ ਨਹੀਂ। ਮੈਂ ਉਮੀਦ ਕਰਦਾ ਸਾਡੀ ਅੱਜ ਦਾ ਇਹ ਐਪੀਸੋਡ ਸਾਡੇ ਦਰਸ਼ਕਾਂ ਨੂੰ ਪਸੰਦ ਆਏਗਾ। ਇਸ ਵਿੱਚ ਅਸੀਂ ਸਿੱਟੇ ਨੂੰ ਮੁੱਦੇ ਨੂੰ ਕਈ ਪੱਖਾਂ ਤੋਂ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।